ਸਰਬਲੋ ਨੂੰ ਕਿਉਂ ਇੰਨਾ ਸ਼ੁੱਧ ਮੰਨਿਆ ਜਾਂਦਾ ਹੋਰ ਭਾਂਡਿਆਂ ਦੇ ਨਾਲੋਂ? ਕਿਉਂ, ਕੀ ਡਿਫਰੈਂਟ ਹੈਗਾ ਸਰਬਲੋ ਦੇ ਵਿੱਚ? 10ਵੇਂ ਪਾਤਸ਼ਾਹ ਨੇ ਤਾਂ ਖਾਲਸਾ ਹੀ ਬਣਾਇਆ, ਖਾਲਸਾ ਬਣਾਤਾ। ਸਰਬਲੋ ਪਾਓ ਸਾਲੋ 'ਚ ਖਾਓ ਕਹਿ ਕੇ ਖਾਲਸੇ ਦੀ ਸਥਾਪਨਾ ਬਾਟੇ 'ਚ ਹੋਈ ਹੈ, ਖਾਲਸੇ ਦਾ ਜਨਮ ਬਾਟੇ 'ਚ ਹੋਇਆ। ਪਰ ਅਸੀਂ ਅੰਮ੍ਰਿਤ ਛਕਣ ਜ਼ਰੂਰ ਜਾਂਦੇ ਹਾਂ ਬਾਟੇ 'ਚ, ਪਰ ਬਾਟਾ ਉੱਥੇ ਭੁੱਲੇ ਜਾਂਦੇ ਹਾਂ, ਘਰੇ ਸਟੀਲ 'ਚ ਹੋ ਜਾਂਦੇ ਹਾਂ। ਬੱਬਾ ਬਾਣੀ ਬੱਬਾ ਬਾਣਾ ਤੇ ਬੱਬਾ ਹੀ ਬਾਟਾ, ਦੋ ਬੱਬੇ ਲਿਆਏ ਤੀਜਾ ਉੱਥੇ ਭੁੱਲੇ, ਤਾਂ ਹੀ ਗੋਡੇ ਦੁਖਦੇ ਆ, ਹਾਏ ਹਾਏ ਕਰਦੇ ਆ, ਵਾਹਿਗੁਰੂ ਕੋਈ ਨਹੀਂ ਕਰਦਾ। ਜਦੋਂ ਇੱਕ ਪਾਸੇ ਆ ਤੁਸੀਂ ਝਾਤੀ ਮਾਰਦੇ ਹੋ ਜਾਂ ਆਪਾਂ ਝਾਤੀ ਮਾਰਦੇ ਹਾਂ ਕਿ ਉਹੋ ਜਿਹੇ ਯੋਧੇ, ਪਰ ਅੱਜ ਦੇ ਟਾਈਮ ਦੇ ਵਿੱਚ ਪੰਜਾਬੀ ਜਿਹੜਾ ਬਿਮਾਰੀਆਂ ਨੇ ਘੇਰ ਲਿਆ, ਡਾਕਟਰਾਂ ਦੇ ਜਿਹੜਾ ਪੱਲੇ ਪੈ ਚੁੱਕਿਆ, ਕੀ ਕਾਰਨ ਦੇਖਦੇ ਹੋ? ਅਸੀਂ ਕਹਿੰਦੇ ਵੀ ਬਿਮਾਰੀ ਕਿਤੋਂ ਨਹੀਂ ਆਉਂਦੀ, ਬਿਮਾਰੀ ਬੰਦਾ ਆਪ ਲੈ ਕੇ ਆਇਆ। ਜਦੋਂ ਸਾਡੇ ਘਰਾਂ ਦੇ ਵਿੱਚ ਪਿੱਤਲ ਚਾਂਦੀ ਕਾਂਸੀ ਤਾਂਬੇ ਦੇ ਬਰਤਨ ਹੁੰਦੇ ਸੀਗੇ, ਘਰ ਦੇ ਵਿੱਚ ਸਵਾਹ ਹੁੰਦੀ ਸੀ, ਮਿੱਟੀ ਰੇਤਾ ਹੁੰਦਾ ਸੀਗਾ, ਉਹਦੇ ਨਾਲ ਸੁੱਕਮਾਜ ਹੁੰਦੀ ਸੀਗੀ। ਅੱਜ ਦੇ ਟਾਈਮ ਦੇ ਵਿੱਚ ਅਲੋਪ ਹੋ ਚੁੱਕੇ ਆ, ਕਿਤੇ ਖੇਤੀ ਨਹੀਂ ਹੁੰਦੀ ਜਾਂ ਖਾਦਾ ਨਹੀਂ ਜਾਂਦਾ ਕੋਧਰਾ। ਜ਼ਿੰਮੇਵਾਰ ਕੌਣ ਆ? ਆਪਾਂ ਹੀ ਸਾਰੇ ਜ਼ਿੰਮੇਵਾਰ ਹਾਂ। ਜਿਹੜੀ ਖੇਤੀ ਗੁਰੂ ਨਾਨਕ ਨੇ ਕਿਹਾ ਸੀ, ਕਿਉਂਕਿ ਉਹਦੇ ਵਿੱਚ ਗਡਾਈ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕੋਈ ਕਰਦਾ ਨਹੀਂ ਰਿਹਾ, ਸਪਰੇਆਂ ਵੱਧ ਗਈਆਂ ਜ਼ਿਆਦਾ। ਐਦਾਂ ਦਾ ਨਹੀਂ ਕੋਈ ਮਿਲਦਾ ਕਿ ਚਮਤਕਾਰ ਬਾਬਾ ਜੀ ਉੱਥੇ ਚਮਤਕਾਰ ਹੁੰਦੇ ਨੇ ਫਲਾਣੇ ਇਹ ਚੀਜ਼? ਸਾਡੇ ਕੋਲ ਬੀਬੀਆਂ ਮਾਈਆਂ ਆਉਂਦੀਆਂ ਵਿਚਾਰੀਆਂ ਭੋਲੀਆਂ ਹੁੰਦੀਆਂ ਬਹੁਤ, ਕਿਉਂਕਿ ਬਾਬੇ ਸਾਰੇ ਠੱਗ ਹੋਣ ਕਿ ਜਿਹੜਾ ਬੰਦਾ ਚੰਗਾ ਕੰਮ ਕਰੂਗਾ ਉਹਨੂੰ ਵੀ ਕਹਿਣਗੇ ਵੀ ਇਹ ਵੀ ਠੱਗੀ ਵਾਲਾ ਹੋਊਗਾ। ਪਰ ਅਸੀਂ ਕਹਿੰਦੇ ਇੱਕ ਵਾਰ ਕੈਂਪ 'ਚ ਜ਼ਰੂਰ ਆਓ, ਵਿਚਾਰ ਸੁਣ ਲਿਓ ਸਾਡੇ। ਜੇ ਸਾਡੇ ਵਿਚਾਰ ਤੁਹਾਨੂੰ ਠੱਗੀ ਵਾਲੇ ਲੱਗਦੇ ਆ, ਜੇ ਸਾਡੇ ਵਿਚਾਰ ਤੁਹਾਨੂੰ ਬਾਬਿਆਂ ਵਾਲੇ ਲੱਗਦੇ ਆ, ਤਾਂ ਤੁਸੀਂ ਜਲ ਨਾ ਪੀ ਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਹੋ ਦੋਸਤੋ, ਮੈਂ ਸੰਸਾਰਦੀਪ। ਦੋਸਤੋ, ਪੰਜਾਬ ਸੂਬਾ ਹਮੇਸ਼ਾ ਤੋਂ ਖਾਣ ਪੀਣ ਲਈ, ਚੰਗੀ ਖੁਰਾਕ ਲਈ, ਚੰਗੀ ਸਿਹਤ ਲਈ ਜਾਣਿਆ ਜਾਂਦਾ ਰਿਹਾ। ਸਾਡੇ ਬਜ਼ੁਰਗ ਜਿਹੜੇ ਨੇ ਕਹਿੰਦੇ ਨੇ ਕਿ ਹਰੀ ਸਿੰਘ ਨਲੂਆ ਉਹ ਸੂਰਮਾ ਹੋਇਆ ਜਿਹੜਾ ਜਵਾੜੇ ਤੋਂ ਫੜ ਕੇ ਸ਼ੇਰ ਨੂੰ ਪਾੜ ਦਿੰਦਾ ਸੀ, ਕਿਉਂਕਿ ਉਹਨਾਂ ਦੀ ਉਹ ਤਾਂ ਪਾੜ ਦਿੰਦੇ ਸੀ ਹਰੀ ਸਿੰਘ ਨਲੂਏ ਜਿਹੇ ਸੂਰਮੇ ਦੀ ਖੁਰਾਕ ਜਿਹੜੀ ਹੈ ਸ਼ੁੱਧ ਸੀ, ਖੁਰਾਕ ਵਧੀਆ ਸੀ। ਸਮੇਂ ਨਾਲ ਹੋਰ ਵੀ ਸੂਰਮੇ ਹੋਏ, ਵੱਡੇ ਵੱਡੇ ਸੂਰਮੇ ਹੋਏ। ਜਰਨਲ ਜ਼ੋਰਾਵਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਬਹੁਤ ਵੱਡੇ ਇੱਕ ਜਰਨੈਲ ਹੋਏ ਨੇ, ਜਿਨ੍ਹਾਂ ਨੂੰ ਤਿੱਬਤ ਦਾ ਸ਼ੇਰ ਵੀ ਕਿਹਾ ਜਾਂਦਾ ਹੈ, ਆਪਾਂ ਸਾਰੇ ਜਾਣਦੇ ਹਾਂ। ਪਰ ਸਮੇਂ 'ਤੇ ਜਿਹੜਾ ਹੈ ਸਮੇਂ ਨਾਲ ਖਾਣਾ ਪੀਣਾ ਕੁਝ ਮੱਠਾ ਹੁੰਦਾ ਗਿਆ, ਕੁਝ ਮਿਲਾਵਟਾਂ ਖਾਣੇ ਦੇ ਵਿੱਚ ਹੁੰਦੀਆਂ ਗਈਆਂ। ਪੰਜਾਬੀਆਂ ਦੀ ਸਿਹਤ ਜਿਹੜੀ ਆ ਪਹਿਲਾਂ ਜਿਹੀ ਬਲਵਾਨ ਪੰਜਾਬੀ ਨਹੀਂ ਰਹੇ, ਸਿਹਤ ਪੱਖੋਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ। ਕਿਤੇ ਨਾ ਕਿਤੇ ਕਹਿੰਦੇ ਨੇ ਕਿ ਖਾਣ ਪੀਣ ਦਾ ਜਿਹੜਾ ਫਰਕ ਪੈ ਗਿਆ, ਖੁਰਾਕਾਂ ਜਿਹੜੀਆਂ ਸ਼ੁੱਧ ਨਹੀਂ ਰਹੀਆਂ। ਪਰ ਇੱਕ ਬਹੁਤ ਵੱਡਾ ਫਰਕ ਹੋਰ ਨਿਕਲ ਕੇ ਸਾਹਮਣੇ ਆਉਂਦਾ ਹੈ, ਭਾਂਡਿਆਂ ਦੀ ਵਰਤੋਂ। ਕਿਉਂਕਿ ਪਹਿਲਾਂ ਜਿਹੜਾ ਖਾਣ ਪੀਣ ਹੁੰਦਾ ਸੀ, ਗੁਰੂ ਸਾਹਿਬ ਦੀ ਬਖਸ਼ੀ ਹੋਈ ਸਰਬਲੋ ਦੇ ਭਾਂਡਿਆਂ ਦੇ ਵਿੱਚ ਜਿਹੜੇ ਖਾਂਦੇ ਪੀਂਦੇ ਸੀ। ਨਿਹੰਗ ਸਿੰਘ ਫੌਜਾਂ ਆਪਾਂ ਅੱਜ ਦੇ ਟਾਈਮ ਦੇ ਵਿੱਚ ਵੀ ਦੇਖ ਸਕਦੇ ਹਾਂ ਕਿ ਸਰਬਲੋ ਦੇ ਬਰਤਨ ਜਿਹੜੇ ਨੇ ਆਪਣੇ ਖਾਣ ਪੀਣ ਦੇ ਲਈ ਵਰਤਦੇ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੰਟੀਂਡ ਦੇ ਵਿੱਚ ਇੱਕ ਕੈਂਪ ਲੱਗਿਆ ਹੋਇਆ, ਜਿੱਥੇ ਸਰਬਲੋ ਦਾ ਕੁਝ ਨਿਹੰਗ ਸਿੰਘ ਫੌਜਾਂ ਨੇ ਸਰਬਲੋ ਦੇ ਭਾਂਡਿਆਂ ਦਾ ਜਿਹੜਾ ਪ੍ਰਚਾਰ ਕਰਦੀਆਂ ਨੇ। ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਬਿਮਾਰੀਆਂ ਜੋ ਅੱਜ ਦੇ ਸਮੇਂ ਦੇ ਵਿੱਚ ਲੱਗ ਰਹੀਆਂ ਨੇ, ਸਾਡਾ ਆਪਣੀ ਵਿਰਾਸਤ ਤੋਂ, ਆਪਣੀ ਸੱਭਿਅਤਾ ਤੋਂ ਜਿਹੜਾ ਕਿਤੇ ਦੂਰ ਹੋਣਾ ਕਾਰਨ ਆ, ਜਿਸ ਦੇ ਵਜ੍ਹਾ ਦੇ ਨਾਲ ਅਸੀਂ ਬਿਮਾਰੀਆਂ ਦੇ ਨਾਲ ਜਿਹੜਾ ਸ਼ਿਕਾਰ ਹੋ ਰਹੇ ਹਾਂ। ਬਾਬਾ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਨੇ, ਪਟਿਆਲੇ ਤੋਂ ਵਿਸ਼ੇਸ਼ ਤੌਰ 'ਤੇ ਆਏ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਪਹਿਲਾਂ ਤਾਂ ਆਪਣੇ ਬਾਰੇ, ਆਪਣੇ ਜਥੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਤੁਸੀਂ ਇਹ ਸੇਵਾ ਜਿਹੜੀ ਆ ਕੀ ਸੇਵਾ ਕਰ ਰਹੇ ਹੋ, ਕੀ ਇਸ ਕੈਂਪ ਦਾ ਮੁੱਖ ਮੰਤਵ ਕੀ ਹੈਗਾ? 8 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਨੂੰ। ਸਰਬਲੋ ਦੇ ਬਾਟੇ 'ਚ ਅਸੀਂ ਜਲ ਛਕਾਉਂਦੇ ਹਾਂ ਸੰਗਤਾਂ ਨੂੰ। 4-5 ਬਾਟੇ ਜਦੋਂ ਪੀਂਦੇ ਹਾਂ, ਬੰਦਾ 2 ਦਿਨ ਆਉਂਦਾ, ਉਹਦੇ ਨਾਲ ਫਰਕ ਪੈਣਾ ਉਹਨੂੰ ਸ਼ੁਰੂ ਹੋ ਜਾਂਦਾ, ਫਿਰ ਉਹਨੂੰ ਬਾਟੇ ਦੇ ਦਿੰਦੇ ਹਾਂ। ਉਹਦੇ ਨਾਲ ਬਿਮਾਰੀ ਆਪਣੀ ਮਹੀਨਾ ਡੇਢ ਮਹੀਨੇ ਤੋਂ ਜੜ ਤੋਂ ਖਤਮ ਹੋ ਜਾਂਦੀ ਆ। ਇਹ ਸੇਵਾ ਅਸੀਂ ਮਤਲਬ ਸਾਡਾ ਆਲ ਇੰਡੀਆ ਮੇਰੀ ਪੀਰੀ ਤਰਨਾ ਦਲ, ਮਿਸਲ ਬਾਬਾ ਭਾਈ ਰੂਪਚੰਦ ਸਾਹਿਬ ਦਲ ਸਾਡਾ ਜੀ, ਉੱਥੋਂ ਮਤਲਬ ਕਿ ਸੇਵਾ ਸ਼ੁਰੂ ਕੀਤੀ ਸੀ ਅਸੀਂ। ਮੋਗੇ ਜ਼ਿਲ੍ਹੇ ਤੋਂ ਸ਼ੁਰੂ ਕੀਤੀ ਸੀ, ਪਹਿਲਾਂ ਮੋਗੇ ਜ਼ਿਲ੍ਹੇ ਤੋਂ ਸ਼ੁਰੂ ਕੀਤੀ ਸੀ। ਕਿ ਇਹ ਬਖਸ਼ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਦਿੱਤਾ। ਸਰਬਲੋ ਪਾਓ ਸਰਬਲੋ ਚ ਖਾਓ। 52 ਹੁਕਮਨਾਮੇ ਹੋਏ ਆ। ਪਹਿਲਾ ਹੁਕਮਨਾਮਾ ਇਹ ਸੀ ਸਰਬਲੋ ਪਾਓ ਤੇ ਸਰਬਲੋ 'ਚ ਹੀ ਖਾਓ, ਪਰ ਹੁਣ ਲਿਖਿਆ ਨਹੀਂ, ਇਤਿਹਾਸਕਾਰਾਂ ਨੇ ਮਿਟਾਤਾ। ਕਿਉਂ ਸਾਨੂੰ ਪਤਾ ਨਹੀਂ ਲੱਗਿਆ ਵੀ ਅੱਜ ਕੱਲ੍ਹ ਬੱਚੇ ਨੂੰ ਪੁੱਛ ਲਓ, ਕਿਸੇ ਬੁੱਢੇ ਨੂੰ ਪੁੱਛ ਲਓ, ਬਜ਼ੁਰਗ ਨੂੰ ਪੁੱਛ ਲਓ, ਪਰ ਸਰਬਲੋ ਬਾਰੇ ਸਾਨੂੰ ਪਤਾ ਹੀ ਨਹੀਂ। ਬਸ ਸਾਡੇ ਘਰੇ ਆ ਸਟੀਲ, ਪਲਾਸਟਿਕ, ਸਿਲਵਰ ਦੇ ਜ਼ਹਿਰ ਵਰਗੇ ਭਾਂਡੇ ਸਾਡੇ ਪਏ ਆ। ਸਰਪ ਸਾਬਣਾ ਘਰੇ ਪਈਆਂ, ਮਾਂਜੀ ਜਾਂਦੇ, ਖਾਈ। ਬਿਮਾਰੀਆਂ ਤਾਂ ਲੱਗਣੀਆਂ, ਬਿਮਾਰੀਆਂ ਕਿੱਥੋਂ ਨਹੀਂ ਆਉਂਦੀਆਂ, ਅਸੀਂ ਆਪ ਲੈ ਕੇ ਆਉਂਦੇ ਹਾਂ। ਬਿਲਕੁਲ। ਹਾਂਜੀ ਬਾਬਾ ਜੀ, ਸਰਬਲੋ ਗੁਰੂ ਸਾਹਿਬ ਦੀ ਬਖਸ਼ੀ ਹੋਈ ਇੱਕ ਧਾਤ ਹੈਗੀ ਆ, ਤੁਸੀਂ ਗੱਲ ਕਰਦੇ ਹੋ। ਇਤਿਹਾਸ ਕੀ ਹੈਗਾ ਜੇ ਹੋਰ ਪਿਛੋਕੜ ਡਿਟੇਲ ਦੇ ਵਿੱਚ ਜਾਇਆ ਜਾਵੇ? ਸਰਬਲੋ ਨੂੰ ਕਿਉਂ ਇੰਨਾ ਸ਼ੁੱਧ ਮੰਨਿਆ ਜਾਂਦਾ ਹੋਰ ਭਾਂਡਿਆਂ ਦੇ ਨਾਲੋਂ? ਕਿਉਂ, ਕੀ ਡਿਫਰੈਂਟ ਹੈਗਾ ਸਰਬਲੋ ਦੇ ਵਿੱਚ? ਦੇਖੋ, ਜਦੋਂ ਅਕਾਲ ਪੁਰਖ ਜਦੋਂ ਜ਼ਮੀਨ ਤਾਂ ਆਇਆ ਸੀ ਆਪਣਾ, ਜਦੋਂ ਰੂਪ ਉਹਨੇ ਧਾਰਨ ਕੀਤਾ, ਸਾਰਾ ਲੋਹੇ ਦਾ ਕੀਤਾ ਸੀ। ਜਿਵੇਂ ਮਹਿਕਾਸੁਰ ਦੂਤ ਸੀਗਾ, ਮਹਿਕਾਸੁਰ ਦੂਤ ਦਾ ਸੌਦਾ ਗਿਆ, ਉਹ ਸਰਬਲੋ ਦੇ ਬਾਟੇ 'ਚ ਸੌਦਾ ਗਿਆ। ਜਦੋਂ ਇੱਕ ਖੂਨ ਦੀ ਬੂੰਦ ਥੱਲੇ ਡਿੱਗਦੀ ਜ਼ਮੀਨ 'ਤੇ ਤਾਂ ਕਈ ਮਹਿਕਾਸੁਰ ਦੂਤ ਪੈਦਾ ਹੋ ਜਾਂਦੇ ਸੀ। ਫਿਰ ਉਹ ਤੋਂ ਕੀ ਹੋਇਆ, ਹੈਰਾਨ ਹੋ ਕੇ
ਫਿਰ ਅਕਾਲ ਪੁਰਖ ਨੇ ਆਪਣਾ ਸਾਰਾ ਰੂਪ ਲੋਹੇ ਦਾ ਧਾਰਨ ਕਰ ਰਿਹਾ, ਉੱਥੋਂ ਇਹਦਾ ਨਾਂ ਸਰਬਲੋ ਪਿਆ। ਸਰਬਲੋ ਮਤਲਬ ਹੁੰਦਾ ਸਾਰਾ ਲੋਹਾ, ਪਿਓਰ ਤੇ ਸ਼ੁੱਧ ਲੋਹਾ, ਖਾਲਿਸ ਜਿਹਨੂੰ ਕਹਿੰਦੇ ਖਾਲਸਾ ਬਣਾਇਆ ਬਾਟੇ ਦੇ ਵਿੱਚ ਸ਼ੁੱਧ। ਇਹ ਜੈਸਾ ਅੰਨ ਵੈਸਾ ਮਨ, ਜੈਸਾ ਅਸੀਂ ਛਕਦੇ ਹਾਂ ਵੈਸੇ ਹੀ ਸਾਡਾ ਮਨ ਹੋ ਜਾਂਦਾ। ਫਿਰ ਛੇਵੇਂ ਪਾਤਸ਼ਾਹ, ਸਾਡੇ ਛੇਵੇਂ ਪਾਤਸ਼ਾਹ ਜਦੋਂ ਆਏ, ਹਰਗੋਬਿੰਦ ਸਾਹਿਬ ਜਦੋਂ ਆਏ ਸੀਗੇ ਮੋਗੇ ਜ਼ਿਲ੍ਹੇ ਡਰੋਲੀ ਭਾਈ 'ਚ, ਉੱਥੇ ਰਹੇ ਸੀਗੇ। ਉਹਨਾਂ ਦੇ ਹਰਮਨ ਪਿਆਰੇ ਸਿੱਖ ਸੀਗੇ ਭਾਈ ਰੂਪਚੰਦ ਜੀ। ਭਾਈ ਰੂਪਾ ਪਿੰਡ ਹੈ ਤਾਂ ਹੈਗਾ ਜੀ ਉੱਥੇ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ, 35-40 ਕਿਲੋਮੀਟਰ ਪਊਗਾ ਉੱਥੋਂ ਨਾ ਜੀ। ਜਦੋਂ ਆਪਣਾ ਹਾੜੀ ਵੜਦੇ ਸੀ ਭਾਈ ਸਿੱਧੂ ਜੀ, ਉਹਨਾਂ ਦੇ ਪਿਤਾ ਭਾਈ ਰੂਪਚੰਦ ਸਾਹਿਬ ਦੇ, ਦੋਨੋਂ ਹਾੜੀ ਵੜਦੇ ਸੀਗੇ। ਵੜਦੇ ਇਹਨਾਂ ਨੂੰ ਤਿਆਹ ਲੱਗੀ ਪਾਣੀ ਦੀ। ਜਦੋਂ ਪਾਣੀ ਪੀਣਾ ਹੋ ਗਏ, ਕਿਉਂਕਿ ਉਦੋਂ ਘੜੇ ਹੁੰਦੇ ਸੀਗੇ, ਘੜਿਆਂ ਦਾ ਪਾਣੀ ਥੱਲੇ ਜ਼ਮੀਨ ਦੇ ਵਿੱਚ ਗੱਡਿਆ ਹੁੰਦਾ ਸੀ ਘੜਾ ਨਾ, ਉਹ ਪਾਣੀ ਬਹੁਤ ਠੰਡਾ ਹੁੰਦਾ ਸੀ। ਜਦੋਂ ਪਾਣੀ ਦਾ ਹੱਥ ਲਾਇਆ ਉਹਨੂੰ ਕਹਿੰਦੇ ਬਹੁਤ ਠੰਡਾ, ਇਹ ਤਾਂ ਗੁਰੂ ਸਾਹਿਬ ਪੀਣਗੇ। ਤਾਂ ਸਰਦਾ ਸੀ ਸਿੱਖ ਦੀ, ਪਿਆਰ ਸੀ ਗੁਰੂ ਤੱਕ। ਅਤੇ ਜਦੋਂ ਉਹ ਪਾਣੀ ਪਿਆਸ ਲੱਗੀ, ਉਹ ਫਿਰ ਹਾੜੀ ਵੱਢਣ ਲੱਗ ਪਏ। ਫਿਰ ਦੁਬਾਰੇ ਆਏ, ਕਹਿੰਦੇ ਗੁਰੂ ਸਾਹਿਬ ਪੀਣਗੇ। ਪਰ ਗੁਰੂ ਸਾਹਿਬ ਸਾਡੇ ਡਰੋਲੀ ਭਾਈ ਬੈਠੇ ਸੀ 35-40 ਕਿਲੋਮੀਟਰ ਦੂਰ ਸੀ। ਉਹਨੂੰ ਆਵਾਜ਼ ਆਈ ਅੰਦਰੋਂ ਵੀ ਸਾਡਾ ਸਿੱਖ ਸਾਨੂੰ ਪੁਕਾਰਦਾ। ਭਾਈ ਰੂਪਚੰਦ ਉੱਧਰ ਬੇਹੋਸ਼ ਹੋ ਗਏ ਅਤੇ ਗੁਰੂ ਸਾਹਿਬ ਲਾਣੇ ਪਿਆਸ ਦੇ ਨਾਲ, ਕਿਉਂਕਿ ਪਿਆਸ ਦੇ ਨਾਲ ਬੇਹੋਸ਼ ਹੋ ਗਏ। ਅਤੇ ਗੁਰੂ ਸਾਹਿਬ ਲਾਣੇ ਘੋੜੇ 'ਤੇ, ਬਿਨਾਂ ਕਾਠੀ ਤੋਂ ਹੁੰਦਾ ਜੀ, ਲਾਣੇ ਘੋੜੇ 'ਤੇ ਚੜ੍ਹ ਕੇ ਪੌਣਾਹਾਰੀ ਕੀਤਾ ਘੋੜਾ। ਅਤੇ ਸੰਗਤਾਂ ਕਹਿੰਦੀ ਕਿੱਥੇ ਚੱਲੇ ਹੋ? ਕਹਿੰਦਾ ਵੀ ਗੁਰੂ ਦੇ ਸਿੱਖ ਨੇ ਕਿਸੇ ਪਿਆਰੇ ਨੇ ਬੁਲਾਇਆ ਤਾਂ ਚੱਲੇ ਹਾਂ। ਅਤੇ ਉਹਨਾਂ ਨੂੰ ਕੀ ਕੀਤਾ, ਉੱਥੇ ਜਦੋਂ ਸਰਬਲੋ ਦਾ ਬਾਟਾ ਕੱਢਿਆ ਮਹਾਰਾਜ ਨੇ, ਛੇਵੇਂ ਪਾਤਸ਼ਾਹ ਵੀ ਸਰਬਲੋ ਦੇ ਵਿੱਚ ਛਕਦੇ ਸੀਗੇ ਜੀ। ਅਤੇ ਉਹ ਜਲ ਉਹਨੇ ਆਪ ਪੀਤਾ ਬਾਟੇ 'ਚ। ਫਿਰ ਭਾਈ ਰੂਪਚੰਦ ਨੂੰ ਪਿਲਾਇਆ ਅਤੇ ਵਰ ਦਿੱਤਾ ਭਾਈ ਰੂਪਚੰਦ ਸਾਹਿਬ ਨੂੰ, ਕਹਿੰਦਾ ਵੀ ਤੁਸੀਂ ਸਰਬਲੋ ਦੇ ਲੰਗਰ ਲਾਉਣੇ ਆ, ਇਹਦੇ ਨਾਲ ਭਲਾ ਹੋਊਗਾ। ਫਿਰ ਲੰਗਰ ਲਾਏ ਭਾਈ ਰੂਪਚੰਦ ਨੇ। ਹੁਣ ਇਲਾਕੇ ਦੇ ਵਿੱਚ ਭਾਈ ਰੂਪਚੰਦ ਦਾ ਪੂਰਾ ਨਾਂ। ਫਿਰ ਸਾਨੂੰ 7ਵੇਂ ਪਾਤਸ਼ਾਹ ਘੜੂਏ ਪਿੰਡ ਜਿੱਥੇ ਬਣਦੇ ਸੀ ਆਪਣੇ ਬਾਟੇ, ਉੱਥੇ ਆਏ ਸੀ, ਉੱਥੇ ਵਰ ਦਿੱਤਾ ਸੀਗਾ। ਉਹ ਕਹਿੰਦਾ ਵੀ ਸੋਨੇ ਤੋਂ ਵੀ ਮਹਿੰਗੇ ਹੋਣਗੇ, ਕਿਉਂਕਿ ਸੋਨੇ ਇਹਦੇ ਗੁਣ ਬਹੁਤ ਮਹਿੰਗੇ ਆ। ਇਹ ਗੁਣਾਂ ਦੀ ਮਹੱਤਤਾ ਬਹੁਤ ਆ, ਵੀ ਸੋਨੇ ਨਾਲ ਬੰਦਾ ਠੀਕ ਨਹੀਂ ਹੁੰਦਾ, ਬਾਟੇ 'ਚ ਖਾ ਕੇ ਕੈਂਸਰ ਵੀ ਠੀਕ ਹੋ ਜਾਂਦਾ ਸਾਡਾ। ਇਸ ਕਰਕੇ ਗੁਣ ਬਹੁਤ ਵੱਡੇ ਆ ਗੁਣ, ਇਸ ਕਰਕੇ ਇਹ ਮਹਿੰਗੇ ਹੋਣੇ ਆ। ਹੁਣ ਇਹਦਾ ਪ੍ਰਚਾਰ ਘੱਟੋ ਘੱਟ 50% ਪੂਰੇ ਪੰਜਾਬ 'ਚ 8 ਸਾਲ ਹੋ ਗਏ ਪ੍ਰਚਾਰ ਕਰਦੇ ਨੂੰ, ਲਗਾਤਾਰ ਕੈਂਪ ਲਾਉਂਦੇ ਪਿੰਡਾਂ ਦੇ ਵਿੱਚ। ਫਿਰ ਸਾਡੇ 10ਵੇਂ ਪਾਤਸ਼ਾਹ ਆਏ ਜੀ। 10ਵੇਂ ਪਾਤਸ਼ਾਹ ਨੇ ਤਾਂ ਖਾਲਸਾ ਹੀ ਬਣਾਇਆ, ਖਾਲਸਾ ਬਣਾਤਾ। ਸਰਬਲੋ ਪਾਓ ਸਰਲੋ 'ਚ ਖਾਓ ਕਹਿ ਕੇ ਖਾਲਸੇ ਦੀ ਸਥਾਪਨਾ ਬਾਟੇ 'ਚ ਹੋਈ ਹੈ। ਖਾਲਸੇ ਦਾ ਜਨਮ ਬਾਟੇ 'ਚ ਹੋਇਆ। ਪਰ ਅਸੀਂ ਅੰਮ੍ਰਿਤ ਛਕਣ ਜ਼ਰੂਰ ਜਾਂਦੇ ਹਾਂ ਬਾਟੇ 'ਚ, ਪਰ ਬਾਟਾ ਉੱਥੇ ਭੁੱਲੇ ਜਾਂਦੇ ਹਾਂ, ਘਰੇ ਸਟੀਲ 'ਚ ਹੋ ਜਾਂਦੇ ਹਾਂ। ਬੱਬਾ ਬਾਣੀ, ਬੱਬਾ ਬਾਣਾ ਤੇ ਬੱਬਾ ਹੀ ਬਾਟਾ, 2 ਬੱਬੇ ਲਿਆਏ, ਤੀਜਾ ਉੱਥੇ ਭੁੱਲੇ, ਤਾਂ ਹੀ ਗੋਡੇ ਦੁਖਦੇ ਆ, ਹਾਏ ਕਰਦੇ ਆ, ਵਾਹਿਗੁਰੂ ਕੋਈ ਨਹੀਂ ਕਰਦਾ। ਇਸ ਕਰਕੇ 18 ਸ਼ੇਰ ਦੇ ਖੰਡੇ ਬਾਬਾ ਦੀਪ ਸਿੰਘ ਨੇ ਚੁੱਕੇ 70 ਸਾਲ ਦੀ ਉਮਰ 'ਚ। 70 ਸਾਲ ਲੋਹਾ ਹੀ ਖਾਧਾ, ਸਰਬਲੋ 'ਚ ਹੀ ਖਾਧਾ। ਮਾਈ ਭਾਗੋ ਨੇ ਬਾਟੇ 'ਚ ਖਾਂਦੀ ਸੀ, ਬੰਦੂਕ ਚੁੱਕ ਲਈ ਸੀ। ਹਜੂਰ ਸਾਹਿਬ ਭਈਆ ਦੇਖੋ, ਸਾਡੀ ਕੁੜੀ ਸਿਰ 'ਤੇ ਚੁੰਨੀ ਨਹੀਂ ਚੁੱਕਦੀ, ਕਹਿੰਦੀ ਭਾਰੀ ਲੱਗਦੀ ਹੈ। ਮੱਤ ਸਟੀਲ ਦੀ ਆ, ਮੱਤ ਉਹ ਜੇ ਬਾਟੇ 'ਚ ਖਾਊਗੀ ਤਾਂ ਮੱਤ ਉੱਚੀ ਹੋਣੀ ਆ। ਹੁਣ ਮੱਤ ਨੀਵੀਂ ਹੋਈ ਸਾਡੀ, ਮੱਤ ਉੱਚੀ ਇਹ ਬਾਟੇ 'ਚ ਖਾ ਕੇ ਹੋਊਗੀ। ਤਾਂ ਕਰਕੇ ਇਹਨਾਂ ਗੁਰੂਆਂ ਦੇ ਸਾਨੂੰ ਵਰ ਮਿਲੇ ਆ, ਤਾਂ ਅਸੀਂ ਇਹ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ੁਰੂ ਕੀਤੀ ਹੈ ਜੀ। ਹਾਂਜੀ, ਸਰਬਲੋ ਦਾ ਇਤਿਹਾਸ ਜਿਹੜਾ ਤੁਸੀਂ ਨੇ ਬੜਾ ਸੰਖੇਪ ਦੇ ਵਿੱਚ ਸੰਗਤ ਦੇ ਸਾਹਮਣੇ ਰੱਖਿਆ। ਪਹਿਲਾਂ ਜਿਹੜਾ ਪੰਜਾਬ ਸੀ, ਸ਼ੁਰੂਆਤ ਦੇ ਵਿੱਚ ਮੈਂ ਹਰੀ ਸਿੰਘ ਨਲੂਏ ਦੀ ਗੱਲ ਕੀਤੀ ਆ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਈ ਆ, ਬਹੁਤ ਵੱਡੇ ਯੋਧੇ ਹੋਏ ਨੇ, ਜਰਨਲ ਜੋਰਾਵਰ ਸਿੰਘ ਜੀ ਹੋਏ ਨੇ। ਜਦੋਂ ਇੱਕ ਪਾਸੇ ਆ ਤੁਸੀਂ ਝਾਤੀ ਮਾਰਦੇ ਹੋ ਜਾਂ ਆਪਾਂ ਝਾਤੀ ਮਾਰਦੇ ਹਾਂ ਕਿ ਉਹੋ ਜਿਹੇ ਯੋਧੇ, ਪਰ ਅੱਜ ਦੇ ਟਾਈਮ ਦੇ ਵਿੱਚ ਪੰਜਾਬੀ ਜਿਹੜਾ ਬਿਮਾਰੀਆਂ ਨੇ ਘੇਰ ਲਿਆ, ਡਾਕਟਰਾਂ ਦੇ ਜਿਹੜਾ ਪੱਲੇ ਪੈ ਚੁੱਕਿਆ, ਕੀ ਕਾਰਨ ਦੇਖਦੇ ਹੋ? ਅਸੀਂ ਕਹਿੰਦੇ ਵੀ ਬਿਮਾਰੀ ਕਿਤੋਂ ਨਹੀਂ ਆਉਂਦੀ, ਬਿਮਾਰੀ ਬੰਦਾ ਆਪ ਲੈ ਕੇ ਆਇਆ। ਜਦੋਂ ਸਾਡੇ ਘਰਾਂ ਦੇ ਵਿੱਚ ਪਿੱਤਲ, ਚਾਂਦੀ, ਕਾਂਸੀ, ਤਾਂਬੇ ਦੇ ਬਰਤਨ ਹੁੰਦੇ ਸੀਗੇ, ਘਰ ਦੇ ਵਿੱਚ ਸਵਾਹ ਹੁੰਦੀ ਸੀ, ਮਿੱਟੀ ਰੇਤਾ ਹੁੰਦਾ ਸੀਗਾ, ਉਹਦੇ ਨਾਲ ਸੁੱਕਮਾਂਜ ਹੁੰਦੀ ਸੀਗੀ। ਪਰ ਅੱਜ ਸਾਡੇ ਘਰੇ ਸਟੀਲ, ਪਲਾਸਟਿਕ, ਸਿਲਵਰ, ਐਲੂਮੀਨੀਅਮ ਆ ਗਈ। ਅਤੇ ਹੁਣ ਸਾਡੇ ਘਰਾਂ ਦੇ ਸਰਫ ਤੇ ਸਾਬਣ, ਕਿਉਂਕਿ ਸਖਾਲੇ ਹੋ ਗਏ। ਬਾਣੀ ਕਹਿੰਦੀ ਆ ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮਨਾ ਹੋਈ। ਉਹ ਕਹਿੰਦੇ ਦੁੱਖ ਦਾਰੂ, ਦੁੱਖ ਕੀ ਸੀ? ਮਾਂਜਣਾ, ਇਹ ਦੁੱਖ ਲੱਗਦਾ ਸੀ ਉਹਨਾਂ ਨੂੰ। ਮਾਂਜਣ ਨਾਲ ਰੋਮ ਖੁੱਲ੍ਹਦਿਆਂ ਪਸੀਨਾ ਹੁੰਦਾ ਸੀਗਾ। ਹੁਣ ਸਰਫ ਮਾਰਦੇ, ਕਿਉਂਕਿ ਉਹ ਸਰਫ ਅੰਦਰ ਜਾਂਦੀ ਹੈ ਭਾਂਡੇ ਨਾਲ ਸਾਡੇ, ਔਰ ਰੋਮ ਹੁੰਦੇ ਉਹਨਾਂ ਭਾਂਡੇ ਦੇ ਵਿੱਚ ਵੀ, ਇਹ ਬਾਟੇ ਵਿੱਚ ਵੀ ਰੋਮ ਹੁੰਦੇ ਆ। ਜਦੋਂ ਆਪਾਂ ਰੇਤੇ ਨਾਲ ਮਾਂਜਾਂਗੇ, ਮਿੱਟੀ ਦੇ ਕਣ ਵੀ ਇਹ ਬਾਟੇ ਨਾਲ ਅੰਦਰ ਜਾਣਗੇ। ਸਰੀਰਕ ਮਿੱਟੀ ਦੇ ਢੇਰੀ ਆ, ਮਿੱਟੀ ਦਾ ਬਣਿਆ ਆਪਣਾ, ਮਿੱਟੀ ਦੇ ਕਣ ਪੂਰੇ ਹੋਣਗੇ। ਅਤੇ ਜਦੋਂ ਆਪਾਂ ਇਹ ਪੁਆਇੰਟ ਹੁੰਦੇ ਹੱਥਾਂ ਦੇ, ਜਿਹੜੀ ਚੀਜ਼ ਇੱਥੇ ਪ੍ਰੈਸ ਹੋ ਗਈ, ਉਹ ਪੁਆਇੰਟ ਅੰਦਰ ਜਾਂਦੇ। ਜਦੋਂ ਆਪਾਂ ਇਹਨੂੰ ਬਾਟੇ ਨੂੰ ਸਾਫ਼ ਕਰਦੇ ਹਾਂ, ਬਾਟਾ ਘਸ ਕੇ ਸਾਡੇ ਅੰਦਰ ਜਾਊਗਾ। ਮਾਂਜਣ ਨਾਲ ਵੀ ਤੰਦਰੁਸਤੀ ਮਿਲਦੀ ਹੈ, ਖਾਣ ਨਾਲ ਵੀ। ਜਿਵੇਂ ਅੱਜ ਲਾ ਲਓ ਵੀ ਬੀਬੀਆਂ ਨੂੰ 80% ਸਰਵਾਈਕਲ ਆ। ਬੀਬੀਆਂ ਨੂੰ ਸਰਵਾਈਕਲ ਕਿਉਂ? ਬੰਦਿਆਂ ਨੂੰ ਕਿਉਂ ਨਹੀਂ? ਕਿਉਂਕਿ ਬੰਦੇ ਭਾਂਡੇ ਨਹੀਂ ਮੰਨਦੇ, ਬੀਬੀਆਂ ਮੰਨਦੀਆਂ। ਜਦੋਂ ਸਟੀਲ ਇੱਥੇ ਟੱਚ ਹੋ ਗਈ, ਆਹ ਸਟੀਲ ਵੀ ਅੰਦਰ ਜਾਣੀ ਹੈ, ਪਲਾਸਟਿਕ ਟੱਚ ਹੋ ਗਈ, ਪਲਾਸਟਿਕ ਵੀ ਜਾਣੀ ਹੈ, ਕੁੱਕਰ ਟੱਚ ਹੋ ਗਿਆ, ਕੁੱਕਰ ਵੀ ਜਾਊਗਾ, ਘਸ ਕੇ ਅੰਦਰ ਜਾ ਰਿਹਾ, ਪਤਾ ਨਹੀਂ ਕਿੰਨੇ ਵਾਰ ਮਾਂਜਦਾ ਹੋਊਗਾ। ਕੁੱਕਰ ਆਪਣੇ ਹੱਥਾਂ ਨਾਲ ਘਸਾਤਾ ਸੀ, ਹੌਲਾ ਹੋ ਗਿਆ ਹੁਣ, ਪਰ ਸਰਵਾਈਕਲ ਨਾੜ ਬੰਦ ਹੋ ਗਈ। ਆਹ ਧੌਣ ਦੁਖਦੀ ਆ, ਢੂਈ ਦੁਖਦੀ ਆ, ਪਿੰਜਣੀ ਦੁਖਦੀ, ਹੱਥ ਪੈਰ ਸੋਨੇ ਆ, ਆਹ ਸਿਰ ਵੀ ਭਰ ਰਹਿੰਦਾ, ਉਹਨੂੰ ਸਰਵਾਈਕਲ ਕਹਿੰਦੇ ਆ। ਵੀ ਸਰਵਾਈਕਲ ਉਹ ਜਿਹੜੀ ਨਾੜ ਹੁੰਦੀ ਆ ਰੀੜ੍ਹ ਦੀ ਹੱਡੀ ਦੇ ਨਾਲ ਬਰੀਕ ਜਿਹੜੀ, ਉਹ ਜਦੋਂ ਬਾਟਾ ਮਾਂਜੇਗਾ ਉਹ ਖੋਲ ਦੂਗਾ, ਅਤੇ ਸਰਵਾਈਕਲ 2 ਦਿਨ 'ਚ ਠੀਕ ਹੋ ਜਾਂਦੀ ਆ। ਬਿਮਾਰੀਆਂ ਜਿਹੜੀ ਹੈਗੀਆਂ ਆਪਣੀ ਪਹਿਲੇ ਦਿਨ ਤੋਂ ਫਰਕ ਪੈਣਾ ਸ਼ੁਰੂ ਆ ਬਾਟੇ 'ਚ। ਪਰ ਉਹਨੂੰ ਬਾਟੇ 'ਚ ਕੌਣ ਖਾਊ? ਜਿਹੜਾ ਮੰਜੂਗਾ, ਇਹਨੂੰ ਮਿਹਨਤ ਕਰੂਗਾ, ਫਿਰ ਰਹਿਮਤ ਹੋਣੀ ਆ। ਹੁਣ ਬਾਟਾ ਉਹੀ ਖਾਊ ਜਿਹੜਾ ਠੀਕ ਹੋਊਗਾ, ਬਿਲਕੁਲ ਫਿਰ ਹੀ ਖਾਣਾ। ਮਤਲਬ ਹੁਣ ਜੋ ਗੱਲਾਂ ਤੁਸੀਂ ਨੇ ਦੱਸੀਆਂ ਨੇ ਹੈ ਨਾ, ਕਿ ਬਿਮਾਰੀਆਂ ਸਟੀਲ ਦੇ ਨਾਲ ਬਿਮਾਰ, ਆਪਣੇ ਕਹਿ ਲਓ ਕਿ ਖਾਣ ਪੀਣ ਵਾਲੇ ਬਰਤਨ ਹੀ ਆਪਣੀ ਬਿਮਾਰੀਆਂ ਦੀ ਜਿਹੜੀ ਕਿਤੇ ਨਾ ਕਿਤੇ ਜੜ ਨੇ। ਵੱਡੇ ਡਾਕਟਰਸ ਬੈਠੇ ਨੇ, ਪੜ੍ਹੇ ਲਿਖੇ ਡਾਕਟਰਸ ਬੈਠੇ ਨੇ, ਚੰਗੇ ਸਾਰੇ ਦੇਸ਼ ਦੇ ਵਿੱਚ, ਪਰ ਇਹ ਗੱਲਾਂ ਉਹਨਾਂ ਨੂੰ ਕਿਉਂ ਨਹੀਂ ਦੱਸੀਆਂ ਜਾਂਦੀਆਂ ਕਿ ਤੁਸੀਂ ਆਪਣੇ ਜੇ ਬਿਮਾਰੀਆਂ ਤੋਂ ਬਚਣਾ ਤਾਂ ਫਿਰ ਜਿਹੜੀ ਭਾਂਡੇ ਨੇ ਤੁਸੀਂ ਆਪਣੀ ਧਾਤ ਬਦਲ ਲਓ, ਸਰਬਲੋ ਯੂਜ਼ ਕਰੋ, ਜਾਂ ਕੁਝ ਹੋਰ ਆਪਣਾ ਖਾਣ ਪੀਣ ਦੇ ਵਿੱਚ ਇਹ ਜਿਹੜੀ ਚੀਜ਼ਾਂ ਜੋੜ ਸਕਦੇ ਹੋ ਤੁਸੀਂ।
ਕਿਉਂ ਨਹੀਂ ਦੱਸਿਆ ਜਾਂਦਾ ਡਾਕਟਰਸ ਵੱਲੋਂ? ਅਸੀਂ ਇਹ ਕਹਿੰਦੇ ਦੇਖੋ ਬਾਣੀ ਦੇ ਬਾਣੇ ਦਾ ਪ੍ਰਚਾਰ ਬਹੁਤ ਹੋ ਰਿਹਾ, ਬੱਬਾ ਬਾਣੀ ਹੈ, ਬੱਬਾ ਬਾਣਾ, ਪਰ ਬੱਬਾ ਬਾਟਾ ਵੀ ਨਾਲ ਹੈਗਾ। ਬਾਟੇ ਦਾ ਪ੍ਰਚਾਰ ਕੋਈ ਨਹੀਂ ਕਰਦਾ। ਜੇ ਪ੍ਰਚਾਰ ਹੋਊ ਤਾਂ ਹੀ ਪਤਾ ਲੱਗੂਗਾ, ਜਾਂ ਤਾਂ ਉਹਨਾਂ ਨੂੰ ਕੁਝ ਪਤਾ ਨਹੀਂ, ਜਾਂ ਪਰ ਕੁਝ ਪਤਾ ਹੋਣ ਕਰਕੇ ਵੀ ਆਪਾਂ ਘੋਲ ਕਰਦੇ ਹਾਂ ਇਹਨੂੰ ਮਾਂਜਣ ਦੀ, ਮਿਹਨਤ ਕਰਨ ਦੀ ਵੀ ਆ ਸਰਫ ਨਾਲ ਘੋਲੇ ਜਾਂਦੇ, ਕਿਉਂਕਿ ਰਜੇਵੇ ਇਹੋ ਜਿਹੇ ਹੋ ਗਏ, ਬਿਜੀ ਲਾਈਫ ਹੋ ਗਈ, ਕੰਮਕਾਰ ਵੱਧ ਗਏ, ਫਾਸਟ ਹੋ ਗਏ, ਅਸੀਂ ਬਹੁਤ ਹਾਈ ਬ੍ਰੈਡ ਖਾ ਕੇ ਹਾਈ ਬ੍ਰੈਡ ਹੋ ਗਏ। ਹਾਈਬ੍ਰਿਡ ਕੀ ਹੈ? ਕਣਕ ਤੇ ਝੋਨਾ। ਨਾ ਸਾਡੀ ਕਣਕ ਨਾ ਸਾਡਾ ਝੋਨਾ, ਸਾਡਾ ਕੋਦਰਾ, ਰਾਗੀ, ਕੰਗਣੀ, ਕੁਟਕੀ, ਸਵਾਂਖ, ਬਾਜਰਾ, ਜਵਾਰ, ਇਹ ਸਾਡੇ ਭੋਜਨ ਸੀ, ਸਤਿਯੁਗੀ ਭੋਜਨ, ਜਿਹੜੇ 7 ਅਨਾਜ। ਭਾਈ ਲਾਲੋ ਦੇ ਘਰੇ ਬਾਬੇ ਨਾਨਕ ਨੇ ਕੋਦਰੇ ਦਾ ਪ੍ਰਸਾਦਾ ਛਕਿਆ ਸੀਗਾ, ਤੇ ਬਾਬੇ ਨਾਨਕ ਨੇ ਕੋਦਰੇ ਦੀ ਖੇਤੀ ਕਰਨ ਨੂੰ ਕਿਹਾ ਸੀ ਕਿਸਾਨ ਨੂੰ, ਪਰ ਅਸੀਂ ਅੱਜ ਝੋਨੇ ਦੇ ਉਹਦੇ ਮਗਰ ਪੈ ਗਏ ਕਣਕ ਦੇ, ਤਾਂ ਕਰਕੇ ਨਾਲੇ ਰੇਹ ਸਪਰੇਅ ਤਾਂ ਹੁੰਦੀ ਨਹੀਂ ਇਹ ਚੀਨੀ, ਤੇ ਪਾਣੀ ਦੀ ਵੀ ਲੋੜ ਨਹੀਂ ਹੁੰਦੀ। ਹੁਣ ਤਾਂ ਆਪਾਂ ਝੋਨੇ 'ਚ ਪਤਾ ਨਹੀਂ ਆਪਾਂ ਚੌਲ ਮਹੀਨੇ 'ਚ ਇੱਕ ਵਾਰ ਖਾਂਦੇ ਹਾਂ, ਪਤਾ ਨਹੀਂ ਖਾਂਦੇ ਹਾਂ, ਪਾਣੀ ਅਸੀਂ ਮੁਕਾਤਾ, ਪਰ ਝੋਨਾ ਅਸੀਂ ਬਾਹਰ ਸਟੇਟਾਂ ਲੈ ਕੇ ਜਾ ਰਹੇ ਹਾਂ, ਪਾਣੀ ਆਪਣਾ ਖਤਮ ਹੋ ਗਿਆ, ਨੁਕਸਾਨ ਤਾਂ ਆਪਣਾ ਹੋਇਆ ਜੀ। ਆ ਰੇਹਾਂ ਸਪਰੇਆਂ ਇੰਨੀ ਵੱਧ ਗਈਆਂ ਕਣਕ ਦੇ ਵਿੱਚ, ਆਪਾਂ 4-4 ਸਪਰੇਆਂ ਕਰਦੇ ਹਾਂ, 4-4 ਯੂਰੀਆ ਦੇ ਡਾਈ ਪਾਉਂਦੇ ਹਾਂ, ਫਿਰ ਤਾਂ ਬਿਮਾਰੀਆਂ ਲੱਗਣੀਆਂ। ਪਰ ਜਦੋਂ ਆਪਾਂ ਬਾਟੇ ਦੇ ਵਿੱਚ ਕੋਈ ਭੋਜਨ ਪਾਉਂਦੇ ਹਾਂ, ਸ਼ੁੱਧ ਹੋ ਜਾਂਦਾ ਹੈ ਹੀ ਸ਼ੁੱਧ ਆ। ਜਦੋਂ ਤੁਸੀਂ ਦੇਖੋ ਪਾਣੀ ਅਸੀਂ ਪ੍ਰੈਕਟੀਕਲ, ਇਕੱਲੀ ਥਿਊਰੀ ਨਹੀਂ ਕਰਦੇ, ਪ੍ਰੈਕਟੀਕਲ ਵੀ ਨਾਲ ਕਰਾਉਂਦੇ ਹਾਂ। ਕੈਂਪ ਦੇ ਵਿੱਚ ਅਸੀਂ ਜਲ ਵੀ ਛਕਾਉਂਦੇ ਹਾਂ, 5-5 ਬਾਟੇ ਨਾਲ ਪਿਆ ਰਹੇ ਹਾਂ। ਬੰਦਾ 15-20 ਮਿੰਟ 'ਚ 5 ਬਾਟੇ ਪੀ ਜਾਂਦਾ, 2.5 ਲੀਟਰ ਜਲ, 2 ਗਲਾਸ ਪੈ ਜਾਂਦੇ ਆ, 10 ਗਲਾਸ ਬੰਦਾ ਪੀ ਜਾਊ। ਘਰੇ ਪੀਤਾ ਨਹੀਂ ਜਾਂਦਾ ਉਹਦੇ ਕੋਲੋਂ, ਕਿਉਂਕਿ ਡਾਕਟਰ ਕੋਲ ਆਪਾਂ ਜਾਂਦੇ ਹਾਂ, ਡਾਕਟਰ ਕਹਿੰਦਾ ਪਾਣੀ ਪੀਓ, ਪਾਣੀ ਪੀਓ। ਡਾਕਟਰ ਸਾਹਿਬ ਪਾਣੀ ਪੀਤਾ ਨਹੀਂ ਜਾਂਦਾ, ਪੇਟ ਭਰ ਜਾਊਗਾ। ਸਟੀਲ ਦਾ ਗਲਾਸ ਪੀਓਗੇ ਤਾਂ ਇੱਕ ਨਹੀਂ ਪੀਤਾ ਜਾਂਦਾ, ਪੇਟ ਭਰ ਜਾਊਗਾ। ਪਰ ਬਾਟੇ ਦੇ ਵਿੱਚ ਵੱਧ ਤੋਂ ਵੱਧ ਪਾਣੀ ਪੀ ਸਕਦੇ ਆ। ਇਹ ਪਾਣੀ ਪੀਣ ਵਾਲੀ ਗੋਲੀ ਆ, ਇਹ ਡਾਕਟਰ ਤੋਂ ਨਹੀਂ ਮਿਲਦੀ, ਗੁਰੂ ਦੀ ਕਿਰਪਾ ਨਾਲ ਮਿਲਦੀ ਆ। ਠੀਕ ਹੈ ਜੀ। ਤੁਸੀਂ ਕੋਦਰੇ ਦੀ ਗੱਲ ਕੀਤੀ, ਇੱਕ ਇਤਿਹਾਸ ਵੀ ਕਹਿ ਸਕਦੇ ਹਾਂ ਕਿ ਹਾਂਜੀ, ਆਪਣੀ ਇਤਿਹਾਸਕ ਫਸਲ, ਆਪਣੇ ਸਿੱਖ ਧਰਮ ਦੇ ਨਾਲ, ਕਿਉਂ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਹੋਈ ਫਸਲ ਹੈਗੀ ਆ। ਅੱਜ ਦੇ ਟਾਈਮ ਦੇ ਵਿੱਚ ਲੋਪ ਹੋ ਚੁੱਕੇ ਆ, ਕਿਤੇ ਖੇਤੀ ਨਹੀਂ ਹੁੰਦੀ ਜਾਂ ਖਾਧਾ ਨਹੀਂ ਜਾਂਦਾ ਕੋਦਰਾ। ਜ਼ਿੰਮੇਵਾਰ ਕੌਣ ਆ? ਕਿਤੇ ਨਾ ਕਿਤੇ ਤਾਂ ਫਿਰ ਗੁਰੂ ਨਾਨਕ ਦੇ ਸਿੱਖ ਹੀ ਕਿਤੇ ਜ਼ਿੰਮੇਵਾਰ ਹੋਏ। ਆਪਾਂ ਹੀ ਸਾਰੇ ਜ਼ਿੰਮੇਵਾਰ ਹਾਂ। ਜਿਹੜੀ ਖੇਤੀ ਗੁਰੂ ਨਾਨਕ ਨੇ ਕਿਹਾ ਸੀ, ਕਿਉਂਕਿ ਉਹਦੇ ਵਿੱਚ ਗਡਾਈ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਕੋਈ ਕਰਦਾ ਨਹੀਂ, ਰੇਹਾਂ ਸਪਰੇਆਂ ਵੱਧ ਗਈਆਂ ਜ਼ਿਆਦਾ। ਰੇਹ ਸਪਰੇਅ ਕਰਕੇ ਆਪਾਂ ਕਹਿੰਦੇ ਵੀ ਗਡਾਈ ਰੇਹ ਸਪਰੇਅ ਕਰੋ ਤੇ ਡੀਲਾ ਖਤਮ, ਡੀਲਾ ਤਾਂ ਫਿਰ ਵੀ ਖਤਮ ਨਹੀਂ ਹੁੰਦਾ। ਪਰ ਉਹ ਜ਼ਹਿਰ ਜੇ ਤੁਸੀਂ ਇਹ ਮਾਂ ਨੂੰ ਸਾੜੋਗੇ, ਤੁਹਾਡੀ ਘਰ ਦੀ ਮਾਂ ਸੜ ਜੂਗੀ। ਬਾਬਾ ਨੇ ਗੁਰੂ ਪਾਣੀ ਪੀਤਾ, ਮਾਤਾ ਧਰਤ ਮਾਤ। ਆਪ ਪਾਣੀ ਨਹੀਂ ਛੱਡਿਆ, ਪਿਤਾ ਨਹੀਂ ਛੱਡਿਆ, ਮਾਤਾ ਨਹੀਂ ਛੱਡਿਆ, ਫਿਰ ਉਹਦੀ ਸਜ਼ਾ ਸਾਨੂੰ ਮਿਲਣੀ ਆ। ਜੈਸੀ ਕਰਨੀ ਵੈਸੀ ਭਰਨੀ। ਆਪਾਂ ਹੀ ਜ਼ਿੰਮੇਦਾਰ ਆ ਇਹਦੇ। ਆਪਾਂ ਮਿਹਨਤਾਂ ਕਰਨੀਆਂ ਛੱਡ ਕੇ ਹੁਣ ਬਾਟੇ ਅਸੀਂ ਜਦੋਂ ਦੰਨੇ ਆ ਉਹਨਾਂ ਨੂੰ ਘਰੇ, ਤੇ ਉਹ ਫਿਰ ਘਰੇ ਮਾਂਜਣੇ ਪੈਂਦੇ, ਕਹਿੰਦੇ ਕਿਹੜਾ ਮਾਂਜੂ, ਮਾਂਜੇ ਠੀਕ ਹੋਣਾ, ਮਾਂਜ ਲਓ, ਨਹੀਂ ਰਹਿਣ ਤੂੰ। ਜੇ ਸਟੀਲਾਂ ਪਲਾਟਕਾਂ 'ਚ ਖਾਣਾ, ਇਸ ਕਰਕੇ ਸਾਰੀ ਬਿਮਾਰੀਆਂ ਆਪਾਂ ਹੀ ਲੈ ਕੇ ਆਏ ਆ। ਆਪਾਂ ਪਿੱਤਲ ਘਰੋਂ ਕੱਢਤੀ, ਚਾਂਦੀ, ਕਾਂਸੀ, ਤਾਂਬਾ, ਮਿੱਟੀ ਦੇ ਬਰਤਨ ਘਰੋਂ ਕੱਢਤੇ, ਤੰਦਰੁਸਤੀ ਤਾਂ ਵੇਚਤੀ, ਬਿਮਾਰੀ ਲਿਆਏ। ਕੁੱਕਰ ਲੈ ਲਿਆ, ਕੁੱਕਰ ਨੂੰ ਕਹਿੰਦੇ ਫਾਰਸੀ ਕੁੱਤਾ। ਇਹ ਗਲਿਆ ਵਾ ਕੁੱਤਾ ਹੀ ਖਾ ਰਹੇ ਆਪਾਂ। ਭੋਜਨ ਗਲਦਾ, ਉਹ 'ਚ ਬਣਦਾ ਨਹੀਂ। ਠੀਕ ਹੈ, ਬਣਦਾ ਮਿੱਟੀ ਦੀ ਤੋੜੀ ਦੇ ਵਿੱਚ ਆ ਜਾਂ ਸਰਬਲੋ ਦੀ ਕੜਾਹੀ ਦੇ ਵਿੱਚ ਆ। ਬਾਕੀ ਸਾਡੇ ਦਲ, ਜਿਵੇਂ ਬੁੱਢਾ ਦਲ, ਤਰਨਾ ਦਲ, ਜਿੰਨੇ ਵੀ ਦਲ ਹੋਏ ਆ, ਜਿਹੜੇ ਭੋਜਨ ਖਾਣੇ ਦੇ ਬਣਾਉਂਦੇ ਆ, ਵੱਡੇ ਵੱਡੇ ਦੇਗੇ ਹੁੰਦੇ ਆ। ਦਰਬਾਰ ਸਾਹਿਬ ਵੀ ਦੇਖਦੇ ਆਪਾਂ ਪਹਿਲਾਂ ਦੇਗੇ, ਪਰ ਹੁਣ ਤਾਂ ਪਤਾ ਨਹੀਂ, ਪਹਿਲਾਂ ਹੁੰਦੇ ਸੀਗੇ। ਸਰਬਲੋ ਦੇ ਵਿੱਚ ਬਣਦਾ ਸੀਗਾ ਉੱਥੇ ਖਾਣਾ। ਪਰ ਉਹ ਕਦੇ ਨਿਹੰਗ ਸਿੰਘ ਹਸਪੀਟਲ ਦਾ ਦਾਖਲ ਨਹੀਂ ਹੁੰਦਾ, ਬਾਟੇ ਵਾਲਾ ਕਦੇ ਬਿਮਾਰ ਨਹੀਂ ਹੋਇਆ ਉਹ, ਕਿਉਂਕਿ ਉਹ ਬਾਟੇ ਦੇ ਗੁਰੂ ਦੀ ਮੰਨਦਾ। ਲਾਡਲੀ ਫੌਜ ਆ। ਅਸੀਂ ਲਾਡਲੇ ਕਿਉਂ ਆ? ਕਿਉਂਕਿ ਅਸੀਂ ਉਹਦੀ ਮੰਨਦੇ ਆ। ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੈ। ਸਿੱਖ ਨਹੀਂ ਪਿਆਰਾ, ਉਹਨੂੰ ਰਹਿਤ ਪਿਆਰੀ ਆ। ਰਹਿਤ ਰਹਿੰਦੀ ਹੈ ਸਰਬਲੋ ਦੇ ਵਿੱਚ। ਸਰਬਲੋ ਦਾ ਗ੍ਰੰਥ ਲਿਖਿਆ ਮਹਾਰਾਜ ਨੇ, 10 ਗ੍ਰੰਥ ਦੀ ਬਾਣੀ ਲਿਖੀ, ਸ੍ਰੀ ਹਜੂਰ ਸਾਹਿਬ ਪ੍ਰਕਾਸ਼ ਹੋਣ ਦੇ ਗ੍ਰੰਥ। ਤੇ ਸਰਬਲੋ ਦੀ ਰਕਸ਼ਾ ਹਮਨੇ, ਅਕਾਲ ਪੁਰਖ ਦੀ ਸਦਾ ਰਕਸ਼ਾ ਹਮਨੇ, ਸਰਬ ਕਾਲ ਜੀ ਦੀ ਸਦਾ ਰਕਸ਼ਾ ਹਮਨੇ, ਸਰਬ ਲੋਕ ਜੀ ਦੀ ਸਦਾ ਰਕਸ਼ਾ ਹਮਨੇ। ਇਹ ਤੁਹਾਡੀ ਰੱਖਿਆ ਕਰੂਗਾ। ਬਾਪੂ ਤਾਂ ਪਹਿਲਾਂ ਹੀ ਬਾਣੀ 'ਚ ਗਿਆ, ਬਾਣੀ ਕਹਿੰਦੀ ਹੈ ਬਾਟੇ 'ਚ ਖਾਓ, ਅਸੀਂ ਨਹੀਂ ਕਹਿੰਦੇ। ਸਾਡੀ ਨਾ ਮੰਨੋ, ਬਾਣੀ ਦਾ ਮੰਨ ਲਓ, ਬਾਣੀ ਸਾਨੂੰ ਕਹਿੰਦੀ ਹੈ। ਇਸ ਕਰਕੇ ਆਪਾਂ ਸਾਰੇ ਜ਼ਿੰਮੇਦਾਰ ਆਪਾਂ ਹੀ ਆ। ਆਪਣੇ ਆਪ ਨੂੰ ਬਦਲਣਾ ਪਊਗਾ, ਕਿਸੇ ਵੱਲ ਨਹੀਂ ਵੇਖਣਾ ਵੀ ਉਹ ਬਦਲ ਜੇ, ਉਹ ਉਹਨੂੰ ਬਦਲੋ। ਪਰ ਆਪ ਨਹੀਂ ਬਦਲਾਂਗੇ, ਮਨ ਜਿੱਤੇ ਜਗ ਜੀਤ। ਪਹਿਲਾਂ ਆਪਣਾ ਹੀ ਮਨ ਜਿੱਤਣਾ ਪਊਗਾ, ਫਿਰ ਤੁਸੀਂ ਦੁਨੀਆ ਬਦਲ ਲਓਗੇ। ਅੱਛਾ ਬਾਬਾ ਜੀ, ਸਰਬਲੋ ਦੀ ਗੱਲ ਚੱਲ ਰਹੀ, ਪਰ ਜਿਹੜੇ ਇਸ ਨੂੰ ਬਣਾਉਣ ਵਾਲੇ ਕਾਰੀਗਰ ਨੇ, ਸਰਬਲੋ ਦੇ ਭਾਂਡੇ ਤਿਆਰ ਕਰਦੇ ਨੇ, ਉਹਨਾਂ ਦੇ ਦੁੱਖੜੇ ਇਹ ਨੇ ਕਿ ਕੋਈ ਇੰਨਾ ਖਰੀਦਦਾ ਨਹੀਂ। ਜਦ ਕਿ ਤੁਸੀਂ ਨੇ ਗੱਲ ਕੀਤੀ ਕਿ ਗੁਰੂ ਸਾਹਿਬ ਦਾ ਵਰ ਮਿਲਿਆ ਵਾ, ਗੁਰੂ ਸਾਹਿਬ ਦੀ ਬਖਸ਼ ਹੋਈ ਵੀ ਆ। ਕਹਿੰਦੇ ਕਿ ਸਰਬਲੋ ਦੇ ਨਾਲ ਤਾਂ ਸਾਡਾ ਤੋਰੀ ਫੁਲਕਾ ਵੀ, ਜਿਹੜਾ ਦਾਲ ਰੋਟੀ ਵੀ ਬਹੁਤ ਮੁਸ਼ਕਿਲ ਨਾਲ ਚੱਲਦੀ ਆ। ਕੰਮਕਾਰ ਕਿਤੇ ਨਾ ਕਿਤੇ ਖਤਮ ਹੋ ਚੁੱਕੇ ਆ। ਫਿਰ ਕਿਸ ਤਰ੍ਹਾਂ, ਕੀ ਜਾਗਰੂਕਤਾ ਲੋਕਾਂ ਦੇ ਵਿੱਚ ਕੀ ਫੈਲਾਉਣੀ ਚਾਹੀਦੀ ਆ? ਕਿਸ ਤਰ੍ਹਾਂ ਫੈਲ ਸਕਦੀ ਆ ਕਿ ਲੋਕ ਜਿਹੜੇ ਨੇ ਸਟੀਲ ਦੇ ਹੋਰ ਭਾਂਡੇ ਜਿਹੜੇ ਛੱਡ ਕੇ ਸਰਬਲੋ ਵੱਲ ਨੂੰ ਵਾਪਸ ਆ ਜਾਣ? ਗੱਲ ਇਸ ਤਰ੍ਹਾਂ ਹੋ ਗਈ ਵੀ ਜਿਹੜੇ ਬਣਾਉਂਦੇ ਆ ਉਹ ਆਪ ਨਹੀਂ ਖਾਂਦੇ, ਉਹ ਆਪ ਸਟੀਲਾਂ 'ਚ ਖਾ ਰਹੇ ਆ। ਜੇ ਖਾਣਗੇ ਫੇਰ ਹੀ ਪਤਾ ਲੱਗੂ, ਪ੍ਰੈਕਟੀਕਲ ਫੇਰ ਹੀ ਪ੍ਰਚਾਰ ਕਰਨਗੇ। ਉਹ ਵੇਚਣ ਤੱਕ ਸੀਮਿਤ ਹੋ ਗਏ। ਜਿਹੜੇ ਪਹਿਲੇ ਬਜ਼ੁਰਗ ਸੀ ਉਹਨਾਂ ਦੇ, ਉਦੋਂ ਵਧੀਆ ਬਣਦਾ ਸੀ ਬਾਟਾ। ਪਰ ਹੁਣ ਵੀ ਸਕ੍ਰੈਪ ਲੋਹਾ, ਮਸ਼ੀਨੀ ਲੋਹਾ, ਮੈਗਨੇਟ ਲੋਹਾ, ਜਹਾਜੀ ਲੋਹਾ, ਸਰਬ ਲੋਹਾ, 5 ਲੋਹੇ ਆ ਗਏ। 5 ਦੇ ਬਾਟੇ ਬਣਦੇ ਪਛਾਣ। ਕਿਉਂਕਿ ਇੰਡੀਆ ਦੇ ਵਿੱਚ ਮੋਦੀ ਨੇ 2000 ਦਾ ਨੋਟ ਬਾਅਦ 'ਚ ਕੱਢਿਆ ਸੀ, ਇੰਡੀਆ 'ਚ ਪਹਿਲਾਂ ਆ ਗਿਆ ਸੀਗਾ। ਇਹ ਨਕਲੀ ਚੀਜ਼ ਇੰਡੀਆ 'ਚ ਪਹਿਲਾਂ ਆ ਜਾਂਦੀ ਹੈ ਜੀ, ਆਪਣੇ ਦੇਸ਼ ਦੇ ਵਿੱਚ ਪਹਿਲਾਂ। ਵੈਕਸੀਨ ਬਣੀ ਆ ਕਰੋਨਾ ਦੀ, 2 ਕਰੋੜ ਵੈਕਸੀਨ ਨਕਲੀ ਬਣੀ ਆ। ਅੱਛਾ ਜੀ, ਨਕਲੀ ਬਣੀ ਆ ਵੈਕਸੀਨ। ਜਿਹਨੂੰ ਆਪਾਂ ਕਈ ਵਾਰ ਕਹਿੰਦੇ, ਜਿਹਦਾ ਵੈਕਸੀਨ ਲੱਗੀ ਬੁਖਾਰ ਹੋ ਗਿਆ, ਜਿਹਦਾ ਪਾਣੀ ਵਾਲਾ ਟੀਕਾ ਲੱਗਿਆ ਉਹਨੂੰ ਕੁਝ ਨਹੀਂ ਹੋਇਆ, ਜਿਹਦਾ ਅਸਲੀ ਲੱਗੀ ਉਹਨੂੰ ਬੁਖਾਰ ਵੀ ਹੋਇਆ। ਵੀ ਇਹ ਨਕਲੀ ਚੀਜ਼ ਪਹਿਲਾਂ ਬਣ ਜਾਂਦੀ ਹੈ। ਇਸ ਕਰਕੇ ਕੰਪੋਜੀਸ਼ਨ ਇਹਦੀ ਹੁੰਦੀ ਹੈ, ਜਿਹੜੀ ਬਣਦਾ ਢੰਗ ਹੁੰਦਾ ਸ਼ੁੱਧ ਕਰਕੇ। ਮਤਲਬ ਸਰਬਲੋ ਵੀ ਮਤਲਬ ਠੱਗੀ ਵੀ ਹੈ ਇਸ ਕੰਮ ਦੇ ਵਿੱਚ, ਬਹੁਤ ਕੁਝ ਆ। ਕਿਉਂਕਿ ਇਹ ਪੈਸੇ ਤੱਕ ਹੀ ਸੀਮਿਤ। ਜੇ ਉਹ ਸੇਵਾ ਕਰਦੇ ਹੁੰਦੇ ਤਾਂ ਪ੍ਰਚਾਰ ਵੀ ਹੋ ਜਾਣਾ ਸੀਗਾ। ਜੇ ਉਹ ਤਣੋ ਮਨੋ ਸੇਵਾ ਕਰਦੇ, ਮੰਨਦੇ ਨੂੰ, ਪਰ ਮੰਨਿਆ ਨਹੀਂ ਉਹਨਾਂ। ਸਿਰਫ ਬਣਾਉਂਦੇ ਆ, ਉਹ ਖਾਂਦੇ ਸਟੀਲ ਦੇ ਵਿੱਚ ਆ। ਉਹਨਾਂ ਦੇ ਮਰੀਜ਼ ਹਸਪੀਟਲਾਂ 'ਚ ਦਾਖਲ ਪਏ ਆ, ਆਪ ਤਾਂ ਉਹ ਖਾਂਦੇ ਨਹੀਂ। ਤੇ ਕਹਿਣਗੇ ਸਿਰਫ ਸੀਮਿਤ ਵੇਚਣ ਤੱਕ, ਤਾਂ ਕਰਕੇ ਇਹਦਾ ਪ੍ਰਚਾਰ ਨਹੀਂ ਹੋਇਆ। ਤਾਂ ਹੀ ਲੋਕ ਅਵੇਅਰ ਨਹੀਂ ਹੋਏ। ਅਵੇਅਰ ਕਰਨਾ ਪਊ, ਪ੍ਰਚਾਰ ਦੇ ਨਾਲ ਹੀ ਕਰੂਗਾ। ਕਿਉਂਕਿ ਅਸੀਂ ਸਿਰਫ ਇੱਥੇ ਪ੍ਰਚਾਰ ਵੀ ਕਰਦੇ, ਨਾਲੇ ਪ੍ਰੈਕਟੀਕਲ
ਪ੍ਰੈਕਟੀਕਲ ਵੀ ਹੁੰਦਾ, ਉਹ ਪ੍ਰੈਕਟੀਕਲ ਦੇ ਨਾਲ ਉਹਨੂੰ ਨੌਲੇਜ ਆ ਜਾਂਦੀ ਹੈ। ਤੁਹਾਡੀ ਨੌਲੇਜ ਇਨਫੋਰਮੇਸ਼ਨ ਨਾਲ ਤਾਂ ਜਾਣਕਾਰੀ ਮਿਲਦੀ ਆ, ਪ੍ਰੈਕਟੀਕਲ ਕਰਨ ਨਾਲ ਨੌਲੇਜ ਆਉਂਦੀ ਆ। ਇਹ ਨੌਲੇਜ ਵੀ ਜ਼ਰੂਰੀ ਹੈ, ਇਸ ਕਰਕੇ ਪ੍ਰਚਾਰ ਤਾਂ ਹੀ ਹੋ ਜੇ ਆਪਾਂ ਇਹਦਾ ਪ੍ਰਚਾਰ ਕਰਾਂਗੇ। ਅੱਛਾ ਬਾਬਾ ਜੀ, ਤੁਸੀਂ ਨੇ ਗੱਲ ਕੀਤੀ ਕਿ ਇਸ ਕੰਮ ਦੇ ਵਿੱਚ ਠੱਗੀ ਵੀ ਜਿਹੜੀ ਹੈਗੀ, ਲੋਕ ਤਾਂ ਕਰਕੇ ਜਿਹੜਾ ਹੈ ਨਾ ਇੰਨਾ ਪਪੂਲਰ ਨਹੀਂ ਇਹ ਚੀਜ਼ ਹੋ ਰਹੀ। ਅਸਲ ਬਾਟੇ ਦੀ ਪਛਾਣ ਦੇਖੀਏ, ਕੀ ਹੈਗੀ ਪਛਾਣ? ਜੇਕਰ ਤੁਸੀਂ ਸਾਨੂੰ ਸੰਗਤ ਨੂੰ ਇੱਕ ਬਾਟਾ ਜਿਹੜਾ ਦਿਖਾ ਦਿਓ, ਅਸਲ ਪਛਾਣ ਕੀ ਹੈਗੀ? ਹਾਂਜੀ ਦੇਖੋ, ਇੱਕ ਤਾਂ ਸਕ੍ਰੈਪ ਲੋਹਾ ਹੁੰਦਾ ਪਿੰਡਾਂ ਦੇ ਵਿੱਚ ਜਿਹੜਾ ਇਕੱਠਾ ਕਰਦੇ ਆ, ਸਕ੍ਰੈਪ ਲੋਹੇ ਦੇ ਆਪਣੇ ਬਣ ਜਾਂਦੇ ਆ, ਉਹਦੇ ਨਾਲ ਮਤਲਬ ਘੁਲਦਾ ਘੱਟ ਹੋ। ਇੱਕ ਹੁੰਦਾ ਮੈਗਨੇਟ ਸਟੀਲ, ਮੈਗਨੇਟ ਦੇ ਵੀ ਬਾਟੇ ਹੁੰਦੇ ਆ ਜਿਹਨੂੰ ਮੈਗਨੇਟ ਕਹਿੰਦੇ ਆ। ਉਹ ਲੋਹਾ ਚੁੰਬਕ ਲੱਗਦਾ ਉਹਨੂੰ, ਪਰ ਉਹਦੇ ਰੋਮ ਬੰਦ ਹੁੰਦੇ, ਚਿੱਟਾ ਹੀ ਹੁੰਦਾ। ਜਿਵੇਂ ਇਹ ਤਾਂ ਦੇਖੋ ਸੰਗਤ ਨੇ ਮਾਂਜ ਕੇ ਚਿੱਟਾ ਕੀਤਾ ਵਾ, ਉਹ ਵੈਸੇ ਚਿੱਟਾ ਹੋਊਗਾ, ਉਹਨੂੰ ਜੰਗਾਲ ਨਹੀਂ ਲੱਗਦੀ। ਇਹਨੂੰ ਪਹਿਲਾਂ ਹੀ ਕਾਲੇ ਹੋਣਗੇ, ਜੰਗਾਲ ਲੱਗ ਹਾਂ ਇਹ ਕਾਲੇ ਹੋਣਗੇ, ਇਹ ਐਂ ਕਾਲੇ ਹੋਣਗੇ ਪੂਰੇ, ਪਰ ਹੌਲੀ ਹੌਲੀ ਚਮਕਦਾ ਜਾਊਗਾ। ਜਿਉਂ ਸੰਗਤ ਇਹਨੂੰ ਚਮਕਾਊਗੀ, ਇਹ ਬਾਟਾ ਸੰਗਤ ਨੂੰ ਚਮਕਾਊਗਾ। ਜਿਉਂ ਆਪਾਂ ਇਹਦੀ ਸਫਾਈ ਕਰਾਂਗੇ, ਉਨੇ ਹੀ ਬਾਟਾ ਤੁਹਾਡੀ ਸਫਾਈ ਕਰੂਗਾ, ਇਹ ਚਮਕ ਜਾਊਗਾ। ਬਾਕੀ ਕਿ ਡੂੰਘਾਈ ਜਿਹੜੀ ਹੁੰਦੀ ਹੈ ਇਹਦੀ, ਇਹ ਡੂੰਘਾ ਬਾਟਾ ਹੈਗਾ। ਬਾਕੀ ਜਿਹੜੇ ਬਾਟੇ ਹੁੰਦੇ ਆ ਉਹ ਬਣਦੇ ਚੌੜੇ ਬਣਦੇ ਆ। ਜਿਹੜੇ ਚੌੜੇ ਬਣਦੇ ਹੁੰਦੇ ਮਸ਼ੀਨੀ ਬਣੇ ਹੁੰਦੇ ਆ, ਜਿਹੜੇ ਡੂੰਘੇ ਹੁੰਦੇ ਹੱਥੀ ਪੂਰੀ ਮਿਹਨਤ, ਕਿਉਂਕਿ ਹੱਥੀ ਬਣਿਆ ਹੈ, ਹੱਥੀ ਮਿਹਨਤ ਕਰਦੇ ਆ। ਅੱਜ ਮਿਹਨਤ ਹਾਂ, ਪਰ ਜਿਹੜਾ ਉਹ ਬਣਦਾ ਚੌੜਾ ਹੱਥੀ ਨਾਲ ਬਣਦਾ, ਪਰ ਬਹੁਤ ਘੱਟ ਬਣਦਾ ਪੂਰਾ ਹੱਥੀ ਨਾਲ। ਜਦੋਂ ਹੱਥੇ ਨਾਲ ਥੋੜ੍ਹੀ ਜਿਹੀ ਸੱਟਾਂ ਵੱਜਦੀਆਂ ਇਹਦੇ ਉੱਤੇ, ਜਿਹੜਾ ਮਾੜਾ ਲੋਹਾ ਝੜ ਜਾਂਦਾ ਇਹਦਾ, ਇਹ ਸੁੱਧ ਰਹਿ ਜਾਂਦਾ ਫਿਰ ਥੋੜ੍ਹੀ, ਕਿਉਂਕਿ ਮਿਹਨਤ ਕੋਈ ਕਰਦਾ ਨਹੀਂ। 15-20 ਮਿੰਟ 'ਚ ਬਾਟਾ ਤਿਆਰ ਹੋਣਾ, 15-20 ਮਿੰਟ 'ਚ ਮਸ਼ੀਨ ਨੇ 50 ਬਾਟੇ ਤਿਆਰ ਕਰ ਦੇਣੇ ਆ। ਇਸ ਕਰਕੇ ਉਹ ਪੈਸੇ ਤੱਕ ਹੀ ਸੀਮਿਤ ਰਹਿ ਗਏ। ਵੱਧ ਤੋਂ ਵੱਧ ਬਾਟੇ ਤਿਆਰ ਕਰਕੇ ਦੇ ਚਲੇ ਤਾਂ ਹੀ ਨਹੀਂ ਹੁੰਦਾ ਉਹਨਾਂ ਦਾ। ਜੇ ਉਸ ਪੂਰੀ ਸਰਦਾ ਨਾਲ ਇਹਨੂੰ ਪੂਰੀ ਰੀਝ ਨਾਲ ਬਣਾਉਣ, ਆ ਦੇਖੋ ਥੋੜੇ ਦੀਆਂ ਆ ਲੱਗੀਆਂ ਜੀ, ਇੱਥੇ ਥੋੜੇ ਦੀਆਂ ਲੱਗੀਆਂ ਹੋਈਆਂ ਜੀ। ਇਹ ਬਣਾਇਆ ਡੂੰਘਾ ਕੀਤਾ ਵਾ। ਗੁਰੂ ਸਾਹਿਬ ਜਦੋਂ ਆਏ ਸੀ ਉਹਨੇ ਡੂੰਘੇ ਬਣਾਏ ਸੀਗੇ, ਉਹਨਾਂ ਦੇ ਬਜ਼ੁਰਗ ਬਣਾਉਂਦੇ ਸੀ। ਪਰ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਨਵੀਂ ਪਨੀਰੀ ਆ ਗਈ, ਨੌਜਵਾਨ ਮੁੰਡੇ ਆ ਗਏ, ਕਿਉਂਕਿ ਉਹਨਾਂ ਨੂੰ ਬਹੁਤ ਜ਼ਰੂਰਤਾਂ ਵੱਧ ਗਈਆਂ। ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਫਿਰ ਕੁਝ ਨਾ ਕੁਝ ਤਾਂ ਕਰਨਾ ਪਊਗਾ। ਇਸ ਕਰਕੇ ਉਹਨਾਂ ਨੇ ਫਿਰ ਉਹ ਸਕ੍ਰੈਪ ਜਿਹੜਾ ਲੋਹਾ, ਮਸ਼ੀਨੀ ਲੋਹਾ, ਮੈਗਨੇਟ ਲੋਹਾ, ਜਹਾਜ਼ੀ ਲੋਹੇ ਦੀ ਆਮ ਕੜਾਹੀਆਂ ਪਹਿਲਾਂ ਘਰਾਂ ਹੁੰਦੀ ਜੀ, ਉਹ ਲੋਹਾ ਮਾੜਾ ਹੁੰਦਾ ਸਾਡਾ। ਸਰਬ ਲੋਹ ਮਤਲਬ ਹੁੰਦਾ, ਸਰਬ ਲੋਹ ਸਾਰਾ ਲੋਹਾ ਪਿਓਰ ਤੇ ਸ਼ੁੱਧ ਲੋਹਾ। ਇਸ ਕਰਕੇ ਇਹਦੀ ਪਛਾਣ ਇਹੀ ਹੈ ਜੀ। ਮਤਲਬ ਗੁਰੂ ਸਾਹਿਬ ਦੇ ਕੀਤੇ ਹੋਏ ਬਚਨਾਂ ਨੂੰ ਵੀ ਜਿਹੜਾ ਅੱਜ ਦੀ ਨੌਜਵਾਨ ਪੀੜ੍ਹੀ ਨੇ, ਜਾਂ ਅੱਜ ਦੇ ਠੱਗ ਟੋਲਾ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਪੈਸੇ ਦੇ ਵਿੱਚ ਤੋਲਦਾ। ਦੇਖੋ ਸਰਦਾ ਤਾਂ ਰਹੀ ਨਹੀਂ ਨਾ। ਉਹ ਕਹਿੰਦੇ ਅਸੀਂ ਮੰਨਦੇ ਹਾਂ, ਅਸੀਂ ਡੇਲੀ ਗੁਰੂ ਘਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਕਹਿੰਦੇ ਸੱਚਾ ਪਾਤਸ਼ਾਹ ਤੰਦਰੁਸਤੀ ਦੇ ਦੀ ਸਾਨੂੰ, ਸੁੱਖ ਸ਼ਾਂਤੀ ਰੱਖੀ ਘਰ ਦੇ ਵਿੱਚ। ਉਹ ਕਹਿੰਦਾ ਮੈਂ ਤਾਂ ਦੇਤੀ, ਬਾਟਾ ਦੇਤਾ, ਮਾਂਜਣਾ ਸਿੱਖਾ ਤੂੰ ਆ, ਇਹ ਮਾਂਜ ਕੇ ਤੂੰ ਖਾਣਾ। ਮੈਂ ਤਾਂ ਸਰਬ ਲੋ 550-6 ਸਾਲ ਪੁਰਾਣਾ ਬਰਤਨ, ਇਹ ਤਾਂ ਸਾਰੇ ਗੁਰੂ ਸਾਹਿਬ ਸਾਡੇ ਬਾਟੇ 'ਚ ਖਾਂਦੇ ਸੀਗੇ। ਮਾਈ ਭਾਗੋ ਬਾਟੇ 'ਚ ਖਾਂਦੇ ਸੀ, ਪਿਓ ਬਾਟੇ 'ਚ ਖਾਂਦਾ ਸੀ, ਪੁੱਤ ਸਟੀਲ 'ਚ ਖਾਂਦੇ ਆ। ਕਿਵੇਂ ਠੀਕ ਹੋ ਜਾਵਾਂਗੇ? ਜੇ ਪਿਓ ਬਾਟੇ 'ਚ ਖਾਂਦਾ ਸੀ, ਅਕਾਲ ਪੁਰਖ ਦਾ ਬਾਟਾ, ਅਕਾਲ ਪੁਰਖ ਬਾਟੇ 'ਚ ਖਾਂਦਾ ਸੀ, ਆਪਾਂ ਨਹੀਂ ਖਾ ਸਕਦੇ? ਜੇ ਆਪਣੇ ਪਰਿਵਾਰ, ਆਪਣੇ ਲਈ ਉਹ ਸਾਰਾ ਪਰਿਵਾਰ ਵਾਰ ਗਏ, ਆਪਣੇ ਲਈ ਆਪਣੀਆਂ ਜਾਨਾਂ ਦੇ ਕੇ ਸ਼ਹੀਦ ਹੋ ਗਏ, ਸਾਨੂੰ ਅਸੀਂ ਸਿਰਫ ਉਹਦਾ ਬਾਟਾ ਸਾਂਭ ਕੇ ਘਰੇ ਰੱਖ ਨਹੀਂ ਸਕਦੇ? ਅਸੀਂ ਸਾਡੀ ਇੰਨੀ ਵੀ ਦੇਣ ਨਹੀਂ ਹੈਗੀ। ਅਸੀਂ ਫੈਸ਼ਨ ਪ੍ਰਸਤ ਹੋ ਗਏ, ਫੈਸ਼ਨਾਂ ਨੇ ਸਾਨੂੰ ਮਾਰ ਲਿਆ। ਠੀਕ ਹੈ ਜੀ, ਆਪਾਂ ਸਟੇਟਸ ਦੇਖਦੇ ਹਾਂ, ਬਾਹਰੋਂ ਬੜੇ ਸੋਹਣੇ ਲੱਗਦੇ ਆ, ਅੰਦਰੋਂ ਗੰਦ ਭਰਿਆ ਪਿਆ ਸਾਡਾ। ਅੰਦਰਲੀ ਸਫਾਈ ਨਹੀਂ ਹੁੰਦੀ, ਪੀ ਕੇ ਅੰਦਰੋਂ ਹੋਊਗਾ, ਬਾਹਰੋਂ ਨਾ ਆ ਕੇ ਹੋ ਜਾਊਗਾ। ਠੀਕ ਹੈ ਭਈਆ। ਹਾਂਜੀ ਅੱਛਾ ਤੁਸੀਂ ਨੇ ਹੁਣ ਬਾਟੇ ਦੀ ਗੱਲ ਕਰ ਰਹੇ ਹੋ ਕਿ 5-5 ਬਾਟੇ ਤੁਸੀਂ ਕੈਂਪ ਦੇ ਵਿੱਚ ਜਿਹੜਾ ਛਕਾਉਂਦੇ ਹੋ, 4 ਬਾਟੇ 5 ਬਾਟੇ। ਅੱਜ ਦੇ ਟਾਈਮ ਦੇ ਵਿੱਚ ਉਹੀ ਗੱਲ ਆ ਗਈ, ਕਹਿੰਦੇ ਕਿ ਠੱਗੀ ਵਾਲੀ ਗੱਲ ਆ ਗਈ ਕਿ ਬਾਬਾ ਜੀ ਕਰਾਮਾਤ ਆ ਜਾਂ ਚਮਤਕਾਰ ਆ, ਇੱਦਾਂ ਦਾ ਨਹੀਂ ਕੋਈ ਮਿਲਦਾ ਕਿ ਚਮਤਕਾਰ ਬਾਬਾ ਜੀ ਉੱਥੇ ਚਮਤਕਾਰ ਹੁੰਦੇ ਨੇ ਫਲਾਣੇ ਇਹ ਚੀਜ਼। ਹਾਂਜੀ ਦੇਖੋ, ਸਾਡੇ ਕੋਲ ਬੀਬੀਆਂ ਮਾਈਆਂ ਆਉਂਦੀਆਂ, ਵਿਚਾਰੀਆਂ ਭੋਲੀਆਂ ਹੁੰਦੀਆਂ ਬਹੁਤ, ਕਿਉਂਕਿ ਬਾਬੇ ਸਾਰੇ ਠੱਗ ਹੋਣ। ਕਿ ਜਿਹੜਾ ਬੰਦਾ ਚੰਗਾ ਕੰਮ ਕਰੂਗਾ ਉਹਨੂੰ ਵੀ ਕਹਿਣਗੇ ਵੀ ਇਹ ਵੀ ਠੱਗੀ ਵਾਲਾ ਹੋਊਗਾ। ਪਰ ਅਸੀਂ ਕਹਿੰਦੇ ਇੱਕ ਵਾਰ ਕੈਂਪ 'ਚ ਜ਼ਰੂਰ ਆਓ, ਵਿਚਾਰ ਸੁਣ ਲਿਓ ਸਾਡੇ। ਜੇ ਸਾਡੇ ਵਿਚਾਰ ਤੁਹਾਨੂੰ ਠੱਗੀ ਵਾਲੇ ਲੱਗਦੇ ਆ, ਜੇ ਸਾਡੇ ਵਿਚਾਰ ਤੁਹਾਨੂੰ ਬਾਬਿਆਂ ਵਾਲੇ ਲੱਗਦੇ ਆ, ਤਾਂ ਤੁਸੀਂ ਜਲ ਨਾ ਪੀ ਕੇ ਜਾਓ। ਤੁਸੀਂ ਜਲ ਪ੍ਰੈਕਟੀਕਲ ਕਰੋ ਆਪ। 2 ਦਿਨ ਆਓ ਲਗਾਤਾਰ, 4-5 ਬਾਟੇ, ਇਹ 'ਚ 2 ਗਲਾਸ ਪੈ ਜਾਂਦੇ ਆ, ਅੱਧਾ ਲੀਟਰ ਪੌਣਾ ਲੀਟਰ ਜਲ ਪੈ ਜਾਊਗਾ। ਜਦੋਂ ਆਪਾਂ ਇਹਨੂੰ ਪੀਂਦੇ ਆ, ਪੇਟ ਨਹੀਂ ਭਰਦਾ ਸਾਡਾ। ਘਰੇ ਆਪਾਂ ਗਲਾਸ ਨਹੀਂ ਪੀ ਸਕਦੇ। 15 ਮਿੰਟ 'ਚ 5 ਬਾਟੇ 2.5-3 ਲੀਟਰ ਜਲ ਅਸੀਂ ਪੀ ਜਾਂਦੇ ਹਾਂ, ਸਾਰਿਆਂ ਨੂੰ ਪਿਲਾਉਂਦੇ ਹਾਂ ਅਸੀਂ, ਇਕੱਲੇ ਨੂੰ। ਭਾਵੇਂ ਹੁਣ ਤੁਸੀਂ ਕੈਂਪ 'ਚ ਪੁੱਛ ਸਕਦੇ ਆ, ਜਿਹੜੇ ਮਰੀਜ਼ ਹੈਗੇ 4-4 5 ਬਾਟੇ ਪੀਤੇ ਜਾਂਦੇ ਆ। ਜਦੋਂ ਆਪਾਂ ਅਸੀਂ ਜਲ ਪੀਂਦੇ ਆ ਤਾਂ ਇਹਦੇ ਨਾਲ ਸਫਾਈ ਹੋਣੀ ਹੈ, ਸਾਡੀ ਸ਼ੁੱਧੀਕਰਨ ਹੋਊਗਾ। ਉਲਟੀ ਆ ਜਾਂਦੀ ਕਈਆਂ ਨੂੰ, 2-3 ਵਾਰ ਫਲੱਸ ਆ ਜਾਂਦੀ ਹੈ, ਬਾਥਰੂਮ ਖੁੱਲ੍ਹ ਕੇ ਆਊਗਾ, ਇਹਦੇ ਨਾਲ ਸਫਾਈ ਹੋ ਜਾਣੀ ਹੈ ਸਰੀਰ ਦੀ। ਜਦੋਂ ਉਹਦੇ ਸਰੀਰ ਦੀ ਸਫਾਈ ਹੋਊਗੀ ਤਾਂ ਉਹਦਾ ਸਰੀਰ ਹੌਲਾ ਹੋ ਗਿਆ, ਤਾਂ ਉਹਨੂੰ ਫਰਕ ਲੱਗੂ। ਫਿਰ ਉਹ 2 ਦਿਨ ਆਓ, ਫਿਰ ਬਾਟਾ ਆਪਣੇ ਘਰੇ ਲੈ ਜਾਓ, ਆਪਣੇ ਘਰੇ ਛਕੂਗਾ, ਤਾਂ ਸਾਰੀ ਉਮਰ ਨੂੰ ਬਿਮਾਰੀ ਨਹੀਂ ਲੱਗਦੀ। ਫਿਰ ਸਾਰੀ ਉਮਰ ਮਾਂਜੋ ਖਾਓ ਵਿੱਚ। ਠੀਕ ਹੈ, ਕਿਉਂਕਿ ਜਿਹੜੀ ਬੀਬੀਆਂ ਆਉਂਦੀਆਂ, ਇਹ ਬੀਬੀਆਂ ਕਹਿੰਦੀਆਂ 5 ਦਿਨ ਆਓ, 5-5 ਬਾਟੇ ਪੀਓ, ਕਿਉਂਕਿ ਉਹ ਸਿਰਫ ਅਸੀਂ ਬਾਬੇ ਨਹੀਂ, ਅਸੀਂ ਸੇਵਾਦਾਰ ਹਾਂ, ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪਰ ਬੀਬੀਆਂ ਬਾਬੇ ਬਣਾ ਦਿੰਦੀਆਂ, ਅਸੀਂ ਕੀ ਕਰੀਏ? ਬੀਬੀਆਂ ਕਹਿੰਦੀਆਂ 5 ਦਿਨ ਆਓ, ਕੋਈ ਇਹ ਚੌਂਕੀ ਥੋੜ੍ਹੀ ਭਰਦੀ ਇੱਥੇ 5 ਦਿਨ ਆਉਣਾ। ਇਹ ਤਾਂ ਇੱਕ ਸਮਝ ਦੀ ਗੱਲ ਆ, ਗਿਆਨ ਦਾ ਕੈਂਪ ਆ, ਵਿਗਿਆਨ ਦਾ ਕੈਂਪ ਆ। ਵੀ 2 ਦਿਨ ਆਓ, 2 ਦਿਨ ਤੁਹਾਨੂੰ ਫਰਕ ਲੱਗਿਆ 10%, ਉਹ ਤੁਹਾਨੂੰ ਬਣਾਉਂਦੇ ਆ 2 ਦਿਨ। ਕਿਉਂਕਿ ਪਹਿਲੇ ਦਿਨ ਕਿਸੇ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਭਾਈ ਅਸੀਂ ਬਾਟਾ ਵੀ ਲੈ ਕੇ ਜਾਣਾ, ਪਤਾ ਨਹੀਂ ਠੀਕ ਹੋਣਾ ਨਹੀਂ ਹੋਣਾ। ਉਹਦੇ ਮਨ ਦੇ ਵਿੱਚ ਕਈ ਸਵਾਲ ਚੱਲਦੇ ਹੁੰਦੇ ਆ। ਅਗਲੇ ਦਿਨ ਜਦੋਂ ਆਊਗਾ, ਭੱਜਿਆ ਆਊਗਾ, ਉਹਨੂੰ ਪਤਾ ਫਰਕ ਲੱਗਿਆ, ਫਿਰ ਆਹ ਮੰਗੂਗਾ ਬਾਟਾ ਆ ਕੇ। ਇਸ ਕਰਕੇ ਅੱਛਾ ਬਾਬਾ ਜੀ,
ਜਿਹੜੀ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਇਸ ਦੇ ਕੋਈ ਫੀਸ ਵਗੈਰਾ ਵੀ ਹੁੰਦੀ ਜਾਂ ਜਿਹੜੀ ਫ੍ਰੀ ਸੇਵਾ ਹੋ ਰਹੀ ਹੈ? ਦੇਖੋ ਜੀ, ਅਸੀਂ ਜਿਹੜਾ ਜਲ ਛਕਾਉਂਦੇ ਹਾਂ ਅਸੀਂ ਫ੍ਰੀ ਸੇਵਾ ਕਰਦੇ ਹਾਂ, ਜਿੱਥੇ ਵੀ ਜਾਂਦੇ ਹਾਂ ਕੋਈ ਸੇਵਾ ਨਹੀਂ ਲੈਂਦੇ ਕਿਸੇ ਤੋਂ ਆਪਣਾ ਜਿਹੜੀ ਜਿਹੜਾ ਬਾਟੇ ਦੀ ਸੇਵਾ ਹੁੰਦੀ ਹੈ ਬਾਅਦ ਜਦੋਂ ਬੰਦਾ ਠੀਕ ਹੋ ਗਿਆ ਪਹਿਲਾਂ ਨੂੰ ਠੀਕ ਕਰਦੇ ਹਾਂ 2 ਦਿਨ 3 ਬਾਅਦ, ਕਿਉਂਕਿ ਬਾਟੇ ਵੀ ਸਾਨੂੰ ਬਣਾਉਣੇ ਪੈਂਦੇ ਆ, ਜਿਹੜਾ ਖਰਚਾ ਵਰਚਾ ਹੁੰਦਾ ਉਹ ਤਾਂ ਲੈਣਾ ਪੈਂਦਾ ਜੀ। ਬਾਟੇ ਦੀ ਸੇਵਾ ਹੁੰਦੀ ਹੈ, ਸਿਰਫ ਬਾਟੇ ਦੀ ਲੈਂਦੇ ਆ, ਬਾਕੀ ਜਲ ਭਾਵੇਂ 10 ਦਿਨ ਸਕੇ ਮਹੀਨਾ ਸਕੇ ਕੋਈ ਸੇਵਾ ਨਹੀਂ। ਹਾਂ, ਫ੍ਰੀ ਸੇਵਾ ਜੀ, ਜਿੱਥੇ ਕੋਈ ਸਾਨੂੰ ਬੁਲਾਉਣਾ ਚਾਹੁੰਦਾ ਹੋਵੇ ਅਸੀਂ ਜਾ ਵੀ ਸਕਦੇ ਹਾਂ, ਕੋਈ ਸੇਵਾ ਨਹੀਂ ਲੈਣੀ ਸਾਨੂੰ, ਸਿਰਫ ਸੰਗਤ ਦਾ ਪ੍ਰਬੰਧ ਹੋਵੇ। ਲੈਟਰਿੰਗ ਬਾਥਰੂਮ ਇੱਕ ਹੋਣਾ ਚਾਹੀਦਾ, ਆਪਣਾ 1-2 ਕਮਰਾ ਹੋਣਾ ਚਾਹੀਦਾ, ਸੰਗਤ ਵਾਸਤੇ ਆਪਣਾ ਥੋੜਾ ਹਾਲ ਹੋਣਾ ਚਾਹੀਦਾ, ਸੰਗਤ ਦੀ ਸੇਵਾ ਵਾਸਤੇ। ਸਾਡੇ ਕੋਈ ਨਹੀਂ ਸੇਵਾ ਜੀ ਸਾਡੀ ਕੋਈ ਸੇਵਾ। ਬਾਬਾ ਜੀ ਪਤਾ ਲੱਗਿਆ ਕਿ ਤੁਸੀਂ ਇੱਥੇ ਤੋਂ ਪਟਿਆਲਾ ਤਕਰੀਬਨ 70-75 ਕਿਲੋਮੀਟਰ ਦੇ ਕਰੀਬ ਹੈਗਾ, ਤੁਸੀਂ ਅਪ ਡਾਊਨ ਕਰਦੇ ਹੋ ਹੈ ਨਾ? ਤੇ ਫਿਰ ਉਹੀ ਗੱਲ ਆ ਗਈ ਕਿ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਸੜਕਾਂ ਦਾ ਜਿਹੜਾ ਬੁਰਾ ਹਾਲ ਆ, ਮੋਟਰਸਾਈਕਲ ਦੇ ਉੱਪਰ ਤੁਸੀਂ ਆਉਂਦੇ ਹੋ ਤੇ ਫਿਰ ਥਕਾਵਟ ਨਹੀਂ ਹੁੰਦੀ? ਦੇਖੋ ਜੀ 80-85 ਕਿਲੋਮੀਟਰ ਇੱਕ ਸਾਈਡ ਪੈ ਜਾਂਦੀ ਹੈ, 160-70 ਕਿਲੋਮੀਟਰ ਪੈਂਦਾ ਡੇਲੀ ਅਪ ਡਾਊਨ। ਰੁੜਕੀ ਪਿੰਡ ਆ ਸਾਡਾ, ਜ਼ਿਲ੍ਹਾ ਪਟਿਆਲਾ ਜੀ, ਸੰਭੂ ਘਨੌਰ ਦੇ ਨਾਲ ਹੀ ਪੈਂਦਾ ਰੁੜਕੀ ਪਿੰਡ। ਉੱਥੋਂ ਚੱਲਦੇ ਹਾਂ ਅਸੀਂ, ਸਵੇਰੇ ਚੱਲਦੇ ਹਾਂ 1.5-2 ਘੰਟਾ ਲੱਗਦੇ ਆਉਣ ਦਾ, ਤੇ 1.5 ਘੰਟਾ ਜਾਣ ਦਾ, 4 ਘੰਟੇ ਸਾਡਾ ਸਫ਼ਰ ਮੋਟਰਸਾਈਕਲ ਲਾਈ ਆਉਣ ਸਾਰ। ਇੱਥੇ ਜੋ ਸੰਗਤ ਬੈਠੀ ਹੁੰਦੀ ਫਿਰ ਜਲ ਛਕਾਉਣਾ, ਇਕੱਲੇ ਨੂੰ 5 ਬਾਟੇ ਪਿਆਉਣੇ, ਭਾਵੇਂ 500 ਬੰਦਾ ਆ ਜੇ 1000 ਆ ਜੇ, ਕਿਉਂਕਿ ਫੌਜਾਂ ਥੱਕਦੀਆਂ ਨਹੀਂ, ਸਿੰਘ ਦੇ ਘੋੜਾ ਕਦੇ ਥੱਕਦਾ ਨਹੀਂ, ਬਾਟੇ ਵਾਲਾ ਸਟੀਲ ਵਾਲੇ ਥੱਕ ਜਾਂਦੇ ਆ। ਬਾਟੇ ਵਾਲੇ ਦੀ ਗੱਲ ਕਰਦੇ ਆ। ਅੱਜ ਦਾ ਖਾਲਸਾ, ਸਟੀਲ ਦਾ ਖਾਲਸਾ, ਬਾਟੇ ਦਾ ਖਾਲਸਾ ਮੈਨੂੰ ਨਜ਼ਰ ਨਹੀਂ ਆਉਂਦਾ, ਕਲਗੀਧਰ ਪਾਤਸ਼ਾਹ ਦਾ ਪੁੱਤਰ ਨਜ਼ਰ ਨਹੀਂ ਆਉਂਦਾ, ਕਿਉਂਕਿ ਰਹਿਤ ਹੈ ਨਹੀਂ ਉਹਨਾਂ ਕੋਲ। ਜੇ ਰਹਿਤ ਹੋਊਗੀ ਫੇਰ ਹੀ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾ ਹੈ, ਕਿਉਂਕਿ ਜਦੋਂ ਆਪਾਂ ਇਹ 'ਚ ਬਾਟੇ 'ਚ ਖਾਵਾਂਗੇ ਥਕਾਵਟ ਨੇੜ ਤੇੜ ਦੀ ਨਹੀਂ ਲੰਘਦੀ। ਅਸੀਂ ਸਵੇਰੇ ਪ੍ਰਸਾਦਾ ਛਕਦੇ ਹਾਂ, ਫਿਰ ਸ਼ਾਮ ਨੂੰ ਦਿਨ 'ਤੇ ਕੁਝ ਨਹੀਂ ਖਾਂਦੇ, ਪੁੱਛ ਲਿਓ ਮੁੰਡਿਆਂ ਨੂੰ, ਕਦੇ ਪ੍ਰਸਾਦਾ ਨਹੀਂ ਖਾਧਾ। ਚਾਹ ਪੱਤੀ ਖੰਡ ਦਾ ਬੰਦਾ ਸਾਡੀ, ਸਿਰਫ ਕਾੜਾ ਹੀ ਪੀਂਦੇ ਆ ਜਿਹੜਾ ਬਜ਼ੁਰਗ ਸਾਡੇ ਪੀਂਦੇ ਸੀ, ਦਲੀਆ ਹੀ ਖਾਂਦੇ ਜਿਹੜਾ ਬਜ਼ੁਰਗ ਸਾਡੇ ਖਾਂਦੇ ਸੀ। 70 ਸਾਲ ਪਿੱਛੇ ਜਾ ਵੜੋ, ਤੰਦਰੁਸਤੀ ਮਿਲ ਜੂਗੀ। ਹੁਣ ਤਾਂ ਅਸੀਂ ਚੰਨ ਦੇ ਪਹੁੰਚ ਗਏ ਤਾਂ ਪੈਸਾ ਹੀ ਮਿਲਿਆ, ਗੱਲਾਂ ਤੰਦਰੁਸਤੀ ਫੇਰ ਨਹੀਂ ਮਿਲੀ। ਕੋਠੀਆਂ, ਕਾਰਾਂ, ਪੈਸੇ ਸਾਰਿਆਂ ਕੋਲ ਆ, ਪਰ ਤੰਦਰੁਸਤੀ ਕਿਸੇ ਕੋਲ ਨਹੀਂ। ਤਾਂ ਤੰਦਰੁਸਤੀ ਸਿਰਫ ਗੁਰੂ ਦੀ ਕਿਰਪਾ ਨਾਲ ਮਿਲੂਗੀ। ਗੁਰੂ ਦੀ ਕਿਰਪਾ ਤਾਂ ਹੋਊਗੀ ਜੇ ਬਾਟੇ 'ਚ ਖਾਵਾਂਗੇ। ਬਾਣੀ ਕਹਿੰਦੀ ਹੈ ਗੁਰ ਪ੍ਰਸਾਦ ਜਪ। ਗੁਰੂ ਦਾ ਮਤਲਬ ਗੁਰੂ ਧਾਰੋ, ਪ੍ਰਸਾਦ ਮੀਨੇ ਬਾਟੇ ਦਾ ਭੋਜਨ, ਇਹ ਪ੍ਰਸਾਦ ਇਹ ਦੇਗਾ, ਇਹਦੇ ਨਾਲ ਖਾ ਕੇ ਅਸੀਂ ਠੀਕ ਹੋ ਜਾਵਾਂਗੇ, ਫਿਰ ਜਪੋ। ਕਿਉਂਕਿ ਇਹ ਬਾਬੇ ਕਹਿੰਦੇ ਆ ਗੁਰੂ ਧਾਰੋ ਜਪੋ, ਜਪਿਆ ਜਾਂਦਾ ਨਹੀਂ। ਆ ਪ੍ਰਸਾਦ ਤੇ ਕਾਟਾ ਮਾਰਤਾ, ਪਹਿਲਾਂ ਪੰਗਤ ਆ ਫਿਰ ਸੰਗਤ ਆ। ਪਹਿਲਾਂ ਆਪਾਂ ਲੰਗਰ ਛਕਣਾ ਸਰਬਲੋਹ ਦੇ ਵਿੱਚ, ਜਦੋਂ ਬੰਦਾ ਠੀਕ ਹੋ ਗਿਆ, ਗੋਡੇ ਚੌਂਕੜੀ ਵੱਜ ਗਈ, ਫੇਰ ਹੀ ਨਾਮ ਜਪਾਂਗੇ। ਹੁਣ ਤਾਂ ਹਾਈ ਕਰਦੇ ਆ, ਵਾਹਿਗੁਰੂ ਕੋਈ ਨਹੀਂ ਕਰਦਾ। ਇਸ ਕਰਕੇ ਇਹ ਪ੍ਰਸਾਦ ਛਕਦੇ ਆ, ਵੀ ਬਾਟੇ ਦਾ ਜਲ ਛਕਦੇ ਆ, ਇਹ 'ਚ ਖਾਣੇ ਪੀਂਦੇ ਆ, ਤਾਂ ਹੀ ਸਾਨੂੰ ਥਕਾਵਟ ਨਹੀਂ ਹੁੰਦੀ। ਬਾਬਾ ਜੀ ਜੇਕਰ ਕਿਸੇ ਸੰਗਤ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ, ਕਿਸੇ ਨੇ ਕੈਂਪ ਲਵਾਉਣਾ ਹੋਵੇ ਜਾਂ ਤੁਹਾਨੂੰ ਜਾ ਕੇ ਮਿਲਣਾ ਹੋਵੇ, ਮਿਲਣੇ ਚਾਹੁੰਦੇ ਹੋਵੇ, ਇੱਕ ਵਾਰੀ ਆਪਣਾ ਕੰਟੈਕਟ ਨੰਬਰ ਜਿਹੜਾ ਹੈ ਜਾਂਦੀ ਵਾਰੀ ਬੋਲੋ। ਹਾਂਜੀ 97802 81960 97802 81960 ਇਹ ਫੋਨ 'ਤੇ ਤੁਸੀਂ ਸੰਪਰਕ ਕਰ ਸਕਦੇ ਆ ਜੀ। ਰੁੜਕੀ ਪਿੰਡ, ਜ਼ਿਲ੍ਹਾ ਪਟਿਆਲਾ। ਜਦੋਂ ਮਰਜ਼ੀ ਸਾਨੂੰ ਮਿਲ ਸਕਦੇ ਆ, ਪਰਮਾਨੈਂਟ ਅਸੀਂ ਉੱਥੇ ਹੁੰਦੇ ਆ ਪਿੰਡ, ਵੈਸੇ ਕੈਂਪਾਂ ਦੇ ਵਿੱਚ ਹੁੰਦੇ ਆ। ਕੈਂਪ ਲਵਾਉਣਾ ਹੋਵੇ ਤਾਂ ਅਸੀਂ ਲਾ ਸਕਦੇ ਆ। 13 ਦਿਨ ਦਾ ਕੈਂਪ ਹੁੰਦਾ ਇਹ। 13 ਦਿਨ ਦੇ ਵਿੱਚ ਅਗਰ ਸੰਗਤ ਵੱਧਦੀ ਆ ਤਾਂ ਅੱਗੇ ਵੀ ਅਸੀਂ ਵਧਾ ਦਿੰਦੇ ਆ, ਮਹੀਨਾ 1.5 ਮਹੀਨਾ ਕਰ ਦਿੰਦੇ ਆ। ਜਦੋਂ ਸੰਗਤ ਨੂੰ ਫਰਕ ਪਊ ਤਾਂ ਕੈਂਪ ਦਾ ਵਧਣਾ ਹੀ ਆ। ਇੱਥੇ ਜਦੋਂ ਆਏ ਸੀਗੇ 5 ਜਣੇ ਆਏ ਸੀ ਪਹਿਲੇ ਦਿਨ, ਅੱਜ 25 ਦਿਨ ਹੋ ਗਏ। ਅੱਜ ਦੇਖੋ 25 ਦਿਨ ਦੇ ਵਿੱਚ 400-500 ਬੰਦਾ ਤਾਂ ਆ ਰਿਹਾ ਜੇ ਠੀਕ ਹੋਏ। ਆ ਮੁੰਡਾ ਖੜਾ, ਇਹਨੂੰ ਪੁੱਛ ਲਿਓ, ਇਹ ਡੇਲੀ ਆਓ ਜੀ ਇੱਧਰ, ਇਹ ਮੁੰਡਾ ਖੜਾ ਜੀ, ਇਹ 2 ਬੋਤਲਾਂ 3 ਬੋਤਲਾਂ ਡੇਲੀ ਪੀਂਦਾ ਸੀ। 15 ਦਿਨ ਹੋ ਗਏ ਇਹਨੂੰ ਬਾਟੇ ਛਕਦੇ ਨੂੰ। ਹੁਣ ਬੋਤਲ ਇਹਨੇ ਸ਼ਰਾਬ ਨੂੰ ਹੱਥ ਨਹੀਂ ਲਾਇਆ। ਨਸ਼ਾ ਮੁਕਤ ਬਾਟੇ ਨਾਲ ਹੋਊ, ਚਿੱਟਾ ਮੁਕਤ ਬਾਟੇ ਨਾਲ ਹੋਊ। ਇਹ ਬਾਟੇ ਕਿਉਂਕਿ ਇਹਨੂੰ ਤੋੜ ਲੱਗਦੀ ਸੀ, ਜੇ ਬਾਬੇ ਨੇ ਸਿਰ ਤੇ ਰੱਖਦਾ ਹੱਥ, ਬਾਬਾ ਇਹ ਕਹੂਗਾ ਬਾਬੇ ਨੂੰ, ਬਾਬਾ ਮੇਰੀ ਤੋੜ ਲੱਗਦੀ ਹੈ, ਤੇਰੇ ਸਿਰ ਤੇ ਹੱਥ ਰੱਖਣ ਨਾਲ ਕੀ ਹੋਊਗਾ, ਮੇਰੀ ਤੋੜ ਖਤਮ ਕਰ। ਇਹ ਤੋੜ ਖਤਮ ਕਰਤੀ ਇਹਦੀ। ਇਹਨੂੰ ਨੀਂਦ ਆਉਂਦੀ ਆ ਬਾਟੇ ਦੇ ਵਿੱਚ। ਹੁਣ 15 ਦਿਨ ਹੋ ਗਏ ਨੇ ਮੂੰਹ ਨਹੀਂ ਲਾਇਆ। 3 ਬੋਤਲਾਂ ਡੇਲੀ ਦੀ ਸੀਗੀ, ਖਰਚਾ ਘਰ ਦੇ ਵੀ ਸੁਖੀ ਬਣਾਉਂਦੇ ਆ। ਤਾਂ ਸਾਡਾ ਪੰਜਾਬ ਖੁਸ਼ ਤਾਂ ਹੋਊ ਜਦੋਂ ਅਸੀਂ ਨਸ਼ਾ ਮੁਕਤ ਬਾਟੇ ਦੀ ਸੇਵਾ ਕਰੋ। ਅਸੀਂ ਆਉਣ ਵਾਲੇ ਮੁੰਡਿਆਂ ਨੂੰ ਕਹਿੰਦੇ ਆ, ਜਨਰੇਸ਼ਨ ਨੂੰ ਕਹਿੰਦੇ ਆ, ਜੁੜੋ ਸਾਡੇ ਨਾਲ ਤੇ ਕੈਂਪ ਲਾਓ ਵੱਧ ਤੋਂ ਵੱਧ। ਜਿਹੜੇ ਚਿੱਟੇ ਵਾਲੇ ਆ, ਜਿਹੜੇ ਚਿੱਟਾ ਖਾਂਦੇ ਆ, ਜਿਹੜੇ ਸ਼ਰਾਬ ਪੀਂਦੇ ਆ, ਉਹਨੂੰ ਬਚਾਓ। ਬਾਟੇ ਦਾ ਜਲ ਪੀ ਕੇ ਨਸ਼ਾ ਬਹੁਤ ਹੈ ਇਹਦੇ 'ਚ। ਬਾਬਾ ਦੀਪ ਸਿੰਘ ਨੇ ਕੀਤਾ ਸੀ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। 8 ਸਾਲ ਹੋ ਗਏ ਸੀ ਬਾਟੇ 'ਚ ਖਾਂਦਿਆਂ ਨੂੰ, ਸਾਨੂੰ 8 ਸਾਲ ਦੀ ਲਈ ਨਹੀਂ। ਸਾਡੇ ਸ਼ਰਾਬ ਦਾ ਰਸਾ ਰਾਤ ਨੂੰ ਕਰਾਂਗੇ, ਦਿਨੇ ਲੈ ਜੂ, ਇਹ ਨਹੀਂ ਲੈਂਦਾ। ਇਹਨੂੰ ਪੁੱਛ ਕੇ ਵੇਖੋ ਬਾਕੀ ਜੀ। ਸੋ ਨਿਹੰਗ ਸਿੰਘ ਜੀ ਨੇ ਦਾਅਵਾ ਕੀਤਾ ਕਿ ਬਾਈ ਦਾਰੂ ਦੇ ਲੇਖੇ ਜਿਹੜਾ ਬਹੁਤ ਲੱਗਿਆ ਸੀ, ਬਹੁਤ ਦਾਰੂ ਪੀਂਦਾ ਸੀ। ਵੀਰੇ ਕਿੱਥੋਂ ਆਏ ਹੋ? ਕਟੇੜ ਪਿੰਡ ਆਈ ਆ। ਲੋਕਲ ਹੋ? ਹਾਂਜੀ। ਤੇ ਕੀ ਨਾਮ ਹੈਗਾ? ਮੇਰਾ ਨਾਮ ਬਿੰਦਰ ਆ ਜੀ। ਬਿੰਦਰ ਬਾਈ, ਬਾਬਾ ਜੀ ਨੇ ਦਾਅਵਾ ਕੀਤਾ ਕਿ ਤੁਸੀਂ ਦਾਰੂ ਦੇ ਜਿਹੜਾ ਗਲਤ ਕੰਮਾਂ ਦੇ ਵਿੱਚ ਪੈ ਗਏ ਸੀ। ਕਿੰਨੀ ਕੁ ਦਾਰੂ ਪੀ ਜਾਂਦੇ ਸੀ ਇੱਕ ਦਿਨ ਦੇ ਵਿੱਚ? ਸਾਰੀ ਦਿਹਾੜੀ ਉਹ ਪੀ ਜਾਂਦੇ ਸੀ, ਰਾਤ ਨੂੰ ਵੀ ਪੀ ਜਾਂਦੇ ਸੀ। ਹੁਣ ਜਾਣੀ ਕਿਤੇ 15 ਦਿਨ ਹੋ ਗਏ ਜੀ ਆਪਾਂ ਨੇ ਦਾਰੂ ਨੂੰ ਹੱਥ ਨਹੀਂ ਲਾਇਆ ਜਿੱਦਣ ਦੇ ਬਾਬਾ ਜੀ ਕੋਲ ਆਏ ਆ। ਅੱਛਾ, ਜਿੱਦਣ ਦੇ ਆਪਾਂ ਬਾਟਾ ਜੀ ਛਕਿਆ ਜੀ। ਅੱਛਾ, ਪੀਤਾ ਜੀ। ਹਾਂ, ਰੋਜ਼ ਪੀਂਦੇ ਹੋ ਮਤਲਬ? ਹਾਂਜੀ, ਰੋਜ਼ ਪੀਂਦੇ ਆ ਜੀ। 10 ਪੀ ਜਾਂਦੇ ਆ ਜੀ। ਹਾਂਜੀ, 10 ਬਾਟੇ ਪੀ। ਤੋੜ ਜਮੇ ਨਹੀਂ ਲੱਗਦੀ ਜੀ। ਹੁਣ ਤੋੜ ਨਹੀਂ ਲੱਗਦੀ? ਹਾਂਜੀ, ਤੋੜ ਖਤਮ ਹੋ ਗਈ। ਮਤਲਬ ਕਿ ਨਸ਼ਾ ਜਿਹੜਾ ਬਾਟੇ ਦੇ ਵਿੱਚ ਤੁਸੀਂ ਇੰਨਾ ਕੁ ਮੰਨਦੇ ਹੋ ਕਿ ਜਿਹੜਾ ਨਸ਼ਾ ਤੁਹਾਡਾ ਹੁਣ ਤੋੜ ਦਿੱਤਾ, ਖਤਮ? ਹਾਂਜੀ, ਬਾਟੇ ਨੇ ਜੀ ਨਸ਼ਾ ਨੇ ਤੋੜਤਾ ਜੀ ਸਾਡਾ। ਹੁਣ ਤੋੜ ਨਹੀਂ ਲੱਗਦੀ ਜੀ ਸਾਨੂੰ। ਫਿਰ ਹੁਣ ਅੱਗੇ ਤੋਂ ਤਾਂ ਉਹ ਰਾਹ ਨਹੀਂ ਜਾਣਾ, ਗਲਤ ਕੰਮ ਨਹੀਂ ਕਰਨਾ? ਨਹੀਂ, ਗਲਤ ਕੰਮ ਨਹੀਂ ਕਰਦੇ ਹੈਗੇ ਜੀ। ਹੁਣ ਇਹ ਮਸੋਂ ਛੁਟਕਾਰਾ ਹੋਇਆ ਜੀ। ਵੀਡੀਓ ਦੇ ਵਿੱਚ ਦਾਅਵਾ ਵਾਅਦਾ ਕਰਕੇ ਜਾ ਰਹੇ ਹੋ? ਹਾਂਜੀ ਹਾਂਜੀ, ਪੱਕੀ ਗੱਲ ਹੈ ਜੀ। ਆਪਾਂ ਗਾਂ ਨੂੰ ਹੱਥ ਨਹੀਂ ਲਾਉਂਦੇ ਜੀ। ਮੈਂ ਬਾਟਾ ਨਹੀਂ ਛੱਡਣਾ। ਬਾਟਾ ਨਹੀਂ ਛੱਡਦੇ। ਛੱਡ ਦੋਗੇ? ਸ਼ਰਾਬ ਛੱਡਤੀ ਜੀ, ਬਾਟਾ ਨਹੀਂ ਛੱਡਦੇ ਹੈਗੇ। ਸੋ
ਜੋ ਵੀਰ ਦਾ ਬਿੰਦਰ ਦਾ ਜੋ ਇਸੇ ਪਿੰਡ ਦਾ ਵਸਨੀਕ ਆ, ਦਾਵਾ ਹੈ ਕਿ ਸ਼ਰਾਬ ਦੇ ਵਿੱਚ ਗਲਤ ਕੰਮ ਦੇ ਵਿੱਚ ਦਿਨ ਰਾਤ ਜਿਹੜਾ ਨਸ਼ੇ ਦੇ ਵਿੱਚ ਰਹਿੰਦਾ ਸੀ ਕਿ ਗੁਰੂ ਸਾਹਿਬ ਦੀ ਅਜਿਹੀ ਕਿਰਪਾ ਹੋਈ ਕਿ ਇਸ ਬਾਟੇ ਨੇ ਜਿਹੜਾ दारू ਤੋਂ ਦੂਰ ਕਰ ਦਿੱਤਾ। 15 ਦਿਨ ਹੋ ਚੁੱਕੇ ਨੇ। ਜੋ ਬੰਦਾ ਦਿਨ ਰਾਤ दारू ਦੇ ਵਿੱਚ ਗੁਲਤਾਨ ਰਹਿੰਦਾ ਸੀ ਉਸ ਨੇ दारू ਨੂੰ ਮੂੰਹ ਤੱਕ ਨਹੀਂ ਲਗਾਇਆ। ਸੋ ਦੋਸਤੋ, ਜੇਕਰ ਨਹੀਂ ਵਿਸ਼ਵਾਸ ਆਉਂਦਾ ਤਾਂ ਇੱਕ ਵਾਰੀ ਬਾਬਾ ਜੀ ਨੇ ਆਪਣਾ ਨੰਬਰ ਜਿਹੜਾ ਬੋਲ ਦਿੱਤਾ, ਇੱਕ ਵਾਰੀ ਬਾਬਾ ਜੀ ਦੇ ਨਾਲ ਜ਼ਰੂਰ ਸੰਪਰਕ ਕਰੋ। ਹੋ ਸਕਦਾ ਨਸ਼ੇ ਦੇ ਵਿੱਚ ਗਰਕਦਾ ਜਾਂਦਾ ਪੰਜਾਬ ਕਿਤੇ ਇਹਨਾਂ ਦੀ ਇਸ ਕੋਸ਼ਿਸ਼ ਦੇ ਨਾਲ ਬਚ ਜਾਵੇ। ਉਮੀਦ ਕਰਦੇ ਹਾਂ ਕਿ ਇਹਨਾਂ ਦੀ ਇਹ ਕੋਸ਼ਿਸ਼ ਜੋ ਕਰ ਰਹੇ ਨੇ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਕਾਮਯਾਬ ਹੋਊਗੀ, ਸਫਲ ਹੋਊਗੀ। ਗੁਰੂ ਸਾਹਿਬ ਕਿਰਪਾ ਕਰਨਗੇ। ਕਿਸੇ ਅਗਲੀ ਅਪਡੇਟ ਦੇ ਨਾਲ ਤੁਹਾਡੇ ਤੱਕ ਬਹੁਤ ਛੇਤੀ ਪਹੁੰਚ ਕਰਦੇ ਹਾਂ। ਇਜਾਜ਼ਤ ਦਿਓ। ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।